ਕਿਉ ਵਾਡੀਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ। ਪੁੱਤਰ ਕਲਤਰਨ ਸੰਗ ਤਣਾ ਹਰਿ ਅਵਿਨਾਸ਼ੀਆ ਪਲਚ ਪਲਚ ਸਗਲੀ ਮੁਈ ਝੂਠੈ ਤੰਦੈ ਮੋਹ। ਇਕਸ ਹਰਿ ਕੈ ਨਾਮ ਬਿਨਾ ਅਗੈ ਲਈਐ ਖੋਹ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਨੀ ਜੋ ਲੱਗੈ ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਇ। ਵੈਸਾਖ ਸੁਹਾਵਾ ਤਾਂ ਲੱਗੈ ਜਾਤ ਸੰਤ ਭੇਟੈ ਹਰਿ ਸੋਇ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਇ। ਜੁਗੋ ਜੁਗ ਅਟਲ ਚਵਰ ਤਖਤ ਸ਼ਦਰ ਦੇ ਮਾਲਕ ਹਜ਼ੂਰ ਅਨਵਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਸਤਸੰਗੀ ਜਨੋ ਅਤ ਧੰਨਤਾ ਦੇ ਪਾਤਰ ਹਾਂ ਜੋ ਸਾਹਿਬ ਜੀ ਨੇ ਸਾਡੇ ਸਾਰਿਆਂ ਦੇ ਉੱਤੇ ਰੋਜ਼ਾਨਾ ਦੀ ਤਰ੍ਹਾਂ ਹੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦੇ ਸੁਭਾਗੇ ਸਮੇਂ ਬਖਸ਼ਿਸ਼ ਕਰਕੇ ਨਿਵਾਜਿਆ। ਅੱਜ ਦਾ ਦੀਵਾਨ ਅੰਮ੍ਰਿਤ ਵੇਲੇ ਦਾ ਵਿਸ਼ੇਸ਼ ਦੀਵਾਨ ਸੰਗਰਾਂਦ ਦਾ ਔਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੈ। ਆਪ ਸਰਬੱਤ ਸੰਗਤ ਨੂੰ ਪਤਾ ਹੀ ਹੈ ਕਿ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਆਪਾਂ 12 ਮਹਾਂਬਾਣੀ ਦਾ ਜਾਪ ਕਰਦੇ ਹਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਮਹੀਨਿਆਂ ਦੀ ਗਿਣਤੀ ਉਸ ਦੇ ਵਿੱਚ ਵਿਸਾਖ ਦਾ ਦੂਜਾ ਮਹੀਨਾ ਭਾਵ ਸ਼ੁਰੂ ਹੋ ਰਿਹਾ। ਚੇਤ ਦਾ ਮਹੀਨਾ ਪਹਿਲਾ, ਦੂਸਰਾ ਮਹੀਨਾ ਵਿਸਾਖ ਦਾ ਜਿਹੜਾ ਅੱਜ ਸ਼ੁਰੂ ਹੋ ਰਿਹਾ। ਵਿਸਾਖ ਦੇ ਇਸ ਸੰਗਰਾਂਦ ਦੇ ਦਿਹਾੜੇ ਦੇ ਨਾਲ ਬਹੁਤ ਸਾਰੀਆਂ ਸਿੱਖ ਕੌਮ ਦੀਆਂ ਇਤਿਹਾਸਿਕ ਘਟਨਾਵਾਂ ਵੀ ਜੁੜੀਆਂ ਹੋਈਆਂ। ਉਹਨਾਂ ਦੇ ਬਾਰੇ 'ਚ ਵੀ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸਮਝਣ ਦਾ ਯਤਨ ਕਰਾਂਗੇ। ਪਰ ਇਸ ਮਹੀਨੇ ਦੇ ਅੰਦਰ ਜੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ 12 ਮਾਹਾਂ ਦੀ ਬਾਣੀ ਸ਼ੁਰੂ ਇੱਥੋਂ ਹੁੰਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜਿਵੇਂ ਆਪਾਂ ਸ਼ਬਦ ਦਾ ਰਹਾਉ ਦਾ ਬੰਦ ਪੜ੍ਹਦੇ ਹਾਂ ਅਤੇ ਰਹਾਉ ਦੇ ਬੰਦ ਦੇ ਦੁਆਲੇ ਸਮੁੱਚਾ ਸ਼ਬਦ ਹੈ ਜਿਹੜਾ ਉਹ ਘੁੰਮਦਾ ਹੁੰਦਾ। ਇਸੇ ਤਰ੍ਹਾਂ 12 ਮਾਹਾਂ ਬਾਣੀ ਦਾ ਜਿਹੜਾ ਸਰਲੇਖ ਹੈ ਜਾਂ ਕਹਿ ਲਓ ਕੇਂਦਰੀ ਭਾਵ ਹੈ ਜਿਹਦੇ ਦੁਆਲੇ ਸਾਰੀ ਬਾਣੀ ਘੁੰਮਦੀ ਹੈ 12 ਮਾਹਾਂ ਦੀ, ਉਹ ਕੀ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਜੀਓ, ਅਸੀਂ ਆਪਣੇ ਕਰਮਾਂ ਦੇ ਕਰਕੇ ਤੁਹਾਡੇ ਤੋਂ ਵਿਛੜ ਗਏ। ਮੇਰੀ ਇਹ ਆਤਮਾ ਪਤਾ ਨਹੀਂ ਕਿਹੜੇ ਕਰਮਾਂ ਦੇ ਕਰਕੇ ਤੁਹਾਡੇ ਨਾਲੋਂ ਵੱਖ ਹੋ ਗਈ ਅਤੇ ਹੁਣ ਤੁਸੀਂ ਬਖਸ਼ਿਸ਼ ਕਰੋ, ਤੁਸੀਂ ਰਹਿਮਤ ਕਰੋ, ਮੈਨੂੰ ਆਪਣੇ ਵਿੱਚ ਮਿਲਾ ਲਓ। ਅਤੇ ਇਸ ਮੇਲ ਨੂੰ ਸੰਪੂਰਨ ਹੋਣ ਵਾਸਤੇ ਉਸ ਕਰਤੇ ਨੇ ਇਸ ਸਮੁੱਚੀ ਸ੍ਰਿਸ਼ਟੀ ਦੀ ਰਚਨਾ ਕੀਤੀ ਜਿਹਦੇ ਵਿੱਚ 84 ਲੱਖ ਜੂਨਾਂ ਸਾਨੂੰ ਭੋਗਣੀਆਂ ਪਈਆਂ। ਅਤੇ ਉਹਨਾਂ 84 ਲੱਖ ਜੂਨਾਂ ਦੇ ਅੰਦਰ ਅਸੀਂ ਹੋਰ ਪਤਾ ਨਹੀਂ ਕਿੰਨੇ ਅਨੇਕ ਕਰਮ ਕਰ ਰਹੇ ਹਾਂ ਜਿਨ੍ਹਾਂ ਦੇ ਕਰਕੇ ਅਸੀਂ ਹੋ ਸਕਦਾ ਪਰਮੇਸ਼ਰ ਤੋਂ ਹੋਰ ਦੂਰ ਹੋਈ ਜਾਂਦੇ ਹਾਂ। ਪਰ ਅਰਦਾਸ ਬੇਨਤੀ ਸਤਿਗੁਰੂ ਜੀ ਨੇ ਕੀਤੀ ਵੀ ਕਰ ਕਿਰਪਾ ਮੇਲੋ ਰਾਮ। ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਸਾਨੂੰ ਆਪਣੇ ਵਿੱਚ ਮਿਲਾ ਲਓ। 4 ਕੁੰਟ ਦਹ ਦਿਸ਼ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਨ। ਭਾਵ ਮੈਂ ਸਮੁੱਚੀ ਸ੍ਰਿਸ਼ਟੀ ਨੂੰ ਹੀ ਘੁੰਮ ਕੇ ਵੇਖ ਲਿਆ। 84 ਲੱਖ ਜੂਨਾਂ ਦਾ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਨਾ ਆਪਣੇ ਅੰਤਰਾਤਮੇ ਦਾ ਕਿ ਅਸੀਂ ਕੌਣ ਆ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਵੀ ਮਨ ਤੂੰ ਜੋਤ ਸਰੂਪ ਹੈ, ਜਿਨ੍ਹਾਂ ਨੂੰ ਆਪਣੀ ਜੋਤ ਦੀ ਪਹਿਚਾਣ ਆ ਜਾਂਦੀ ਹੈ, ਉਹ ਫਿਰ ਇਹ ਬੇਨਤੀ ਕਰਦੇ ਆ ਵੀ ਅਸੀਂ 84 ਲੱਖ ਜੂਨਾਂ ਦੇ ਵਿੱਚ ਵੀ ਜਿਹੜੇ ਕਰਮ ਕੀਤੇ ਉਹਨਾਂ ਨੂੰ ਗਿਆਨ ਹੋ ਜਾਂਦਾ ਕਿ ਕਿਹੜੇ ਕਿਹੜੇ ਅਜਿਹੇ ਕਰਮ ਨੇ ਜਿਨ੍ਹਾਂ ਦੇ ਕਰਕੇ ਅਸੀਂ ਪਰਮੇਸ਼ਰ ਤੋਂ ਦੂਰ ਹਾਂ।
ਫਿਰ ਸਤਿਗੁਰੂ ਜੀ ਕਹਿੰਦੇ ਨੇ ਵੀ ਅਸੀਂ ਚਾਰੇ ਕੁੰਟ ਸਾਰੀ ਭਾਵ ਸਾਰੀ ਸ੍ਰਿਸ਼ਟੀ ਮੈਂ ਘੁੰਮ ਕੇ ਬਸ ਤੁਹਾਡੀ ਸ਼ਰਨ ਵਿੱਚ ਆ ਗਿਆ, ਤੁਸੀਂ ਕਿਰਪਾ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ। ਸਮੁੱਚੀ 12 ਬਾਣੀ ਦਾ ਇਹ ਕੇਂਦਰੀ ਭਾਵ ਹੈ ਵੀ ਅਸੀਂ ਆਪਣੇ ਕਰਮਾਂ ਕਰਕੇ ਤੁਹਾਡੇ ਤੋਂ ਵਿਛੜ ਗਏ ਤੇ ਹੁਣ ਇਹ ਵਿਛੇੜਾ ਜਿਹੜਾ ਹੈਗਾ ਇਹ ਸਾਡੇ ਕੋਲੋਂ ਸਹਿਆ ਨਹੀਂ ਜਾਂਦਾ, ਕਿਉਂਕਿ ਜਿਹਨੂੰ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਉਹੀ ਬਿਰਹਾ ਵਿੱਚ ਜਾਂਦਾ। ਬਿਰਹਾ ਤੋਂ ਫਿਰ ਵਿਰਾਗ ਪੈਦਾ ਹੁੰਦਾ, ਵਿਛੋੜੇ ਤੋਂ ਬਾਅਦ ਵਿਰਾਗ ਪੈਦਾ ਹੁੰਦਾ ਤੇ ਉਹ ਵਿਰਾਗ ਫਿਰ ਮਿਲਾਪ ਦਾ ਕਾਰਨ ਬਣ ਜਾਂਦਾ। ਬਖਸ਼ਿਸ਼ ਕਰਨ ਸਤਿਗੁਰੂ ਜੀ। ਸੋ ਵਿਸਾਖ ਦੇ ਮਹੀਨੇ ਦੇ ਅੰਦਰ ਸਤਿਗੁਰੂ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ, ਵਿਸਾਖ ਧੀਰਨ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋ। ਸਤਿਗੁਰੂ ਜੀ ਕਹਿੰਦੇ ਹਰ ਸਾਜਣ ਪੁਰਖ ਵਸਾਰ ਕੈ ਲੱਗੀ ਮਾਇਆ ਤੋਂ। ਜਿਹੜੇ ਮਨੁੱਖ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਜੀ ਨੂੰ ਵਿਸਾਰ ਦਿੰਦੇ ਨੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚੋਂ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਉਹ ਵਿਸਰ ਜਾਂਦਾ, ਜਿਹੜੇ ਮਨੁੱਖ ਪਰਮਾਤਮਾ ਪਰਮੇਸ਼ਵਰ ਜੀ ਨੂੰ ਭੁੱਲ ਜਾਂਦੇ ਆ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮਾਇਆ ਆਪਣੇ ਅੰਦਰ ਗਲਤਾਨ ਕਰ ਲੈਂਦੀ ਹੈ, ਉਹਨਾਂ ਦੇ ਉੱਤੇ ਮਾਇਆ ਆਪਣਾ ਪਸਾਰਾ ਪਾ ਲੈਂਦੀ ਹੈ। ਫਿਰ ਇਹ ਮੋਹ ਮਾਇਆ ਦਾ ਪਸਾਰਾ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਪਿਆਰਾ ਲੱਗਣ ਲੱਗ ਜਾਂਦਾ ਕਿ ਉਹ ਪਰਮੇਸ਼ਵਰ ਨੂੰ ਇਸ ਸ੍ਰਿਸ਼ਟੀ ਵਿੱਚੋਂ ਭੁੱਲ ਹੀ ਜਾਂਦੇ ਆ ਵੀ ਇਹ ਸਾਰਾ ਕੁਝ ਕਿਸੇ ਨੇ ਸਾਜਿਆ, ਇਹ ਸਾਰੀ ਕਾਇਨਾਤ ਨੂੰ ਕੋਈ ਚਲਾ ਰਿਹਾ। ਕਿਉਂਕਿ ਉਹਨਾਂ ਦੇ ਅੰਦਰ ਮਾਇਆ ਇੰਨੀ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ, ਉਹਨਾਂ ਨੂੰ ਇਹ ਸਾਰਾ ਸੰਸਾਰ ਇੰਨਾ ਸੋਹਣਾ ਲੱਗਣ ਲੱਗ ਜਾਂਦਾ ਕਿ ਪਰਮੇਸ਼ਰ ਦੀ ਯਾਦ ਉਹਨਾਂ ਦੇ ਹਿਰਦੇ ਘਰ ਚੋਂ ਵਿਸਰ ਜਾਂਦੀ। ਪੁੱਤਰ ਕਲਤਰ ਨਾ ਸੰਗ ਧਰਾਂ ਹਰ ਅਵਿਨਾਸ਼ੀ ਉਹ। ਸਤਿਗੁਰੂ ਜੀ ਕਹਿੰਦੇ ਇਹ ਸਾਰੇ ਕੁਟੁੰਬ ਦੇ ਵਿੱਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜੇ ਜਾਣਾ, ਇਹ ਸਭ ਕੁਝ ਇੱਥੇ ਹੀ ਰਹਿ ਜਾਣਾ। ਸਭ ਕੁਝ ਸੰਸਾਰ ਦਾ ਜਿਹੜਾ ਸੰਸਾਰ ਵਿੱਚ ਬਣਿਆ ਹੋਇਆ ਸਿਰਫ ਸਾਡੇ ਬਾਨਣ ਵਾਸਤੇ ਹੈ। ਅਸੀਂ ਇੱਥੇ ਰਹਿ ਕੇ ਆਨੰਦ ਲੈ ਸਕਦੇ ਹਾਂ, ਪਰ ਕਦੇ ਵੀ ਸਤਿਗੁਰੂ ਜੀ ਕਹਿੰਦੇ ਇਹਦੇ ਅੰਦਰ ਗਲਤਾਨ ਨਹੀਂ ਹੋਣਾ, ਕਿਉਂਕਿ ਅਵਿਨਾਸ਼ੀ ਪਰਮਾਤਮਾ ਪਰਮੇਸ਼ਵਰ ਜਿਹੜਾ ਉਸ ਪਾਰ ਬੈਠਾ ਹੈ, ਇਸ ਭਵਜਲ ਸੰਸਾਰ ਸਮੁੰਦਰ ਦੇ ਦੂਸਰੇ ਪਾਸੇ ਬੈਠਾ, ਮਿਲਣਾ ਅਸੀਂ ਉਹਦੇ ਵਿੱਚ, ਲੀਨ ਅਸੀਂ ਉਹਦੇ ਵਿੱਚ ਹੋਣਾ। ਯਾਤਰਾ ਸਾਡੀ ਉੱਥੋਂ ਤੱਕ ਦੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਸਾਰੇ ਸੰਸਾਰ ਦੇ ਲੋਕ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਇੰਨੇ ਜ਼ਿਆਦਾ ਪਲਚ ਭਾਵ ਕੇ ਇੰਨੇ ਜ਼ਿਆਦਾ ਗਲਤਾਨ ਹੋਏ ਪਏ ਨੇ ਝੂਠੇ ਧੰਦਿਆਂ ਦੇ ਵਿੱਚ। ਅੰਤਰ ਆਤਮੇ ਦੀ ਮੌਤ ਮਰ ਚੁੱਕੇ ਨੇ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰਦੇ ਹਾਂ ਵੀ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਨਾ, ਉਹ ਆਤਮਾ ਕਰਕੇ ਮਰ ਜਾਂਦੇ। ਆਖਾਂ ਜੀਵਾਂ ਵਿਸਰੈ ਮਰ ਜਾਓ। ਜਿਨ੍ਹਾਂ ਦੀ ਜ਼ਿੰਦਗੀ 'ਚੋਂ ਪਰਮੇਸ਼ਰ ਵਿਸਰ ਜਾਂਦਾ, ਸਤਿਗੁਰੂ ਜੀ ਕਹਿੰਦੇ ਉਹ ਅੰਤਰ ਆਤਮੇ ਕਰਕੇ ਮਰ ਜਾਂਦੇ। ਉਦਾਹਰਨਾਂ ਆਪਾਂ ਪਹਿਲਾਂ ਵੀ ਲਈਆਂ, ਜਿਵੇਂ ਕਿ ਕਿਸੇ ਨੂੰ ਸਤਿਗੁਰੂ ਜੀ ਨੇ, ਰੱਬ ਜੀ ਨੇ, ਪਰਮੇਸ਼ਵਰ ਜੀ ਨੇ ਇੱਕ ਡਾਕਟਰ ਦੀ ਨੌਕਰੀ ਦੇ ਦਿੱਤੀ। ਉਹ ਡਾਕਟਰ ਬਣ ਗਿਆ, ਉਹਦੀ ਡਿਊਟੀ ਹੈ। ਜੇ ਤੇ ਉਹਦੇ ਅੰਦਰ ਪਰਮਾਤਮਾ ਪਰਮੇਸ਼ਵਰ ਜੀ ਦਾ ਨਾਮ ਹੈ, ਉਹ ਕਣ ਕਣ ਦੇ ਅੰਦਰ, ਜਰਰੇ ਜਰਰੇ ਦੇ ਅੰਦਰ ਪਰਮੇਸ਼ਵਰ ਨੂੰ ਰਮਿਆ ਸਮਝਦਾ, ਫਿਰ ਤਾਂ ਉਹ ਦਵਾਈ ਵੀ ਠੀਕ ਦੇਵੇਗਾ ਤੇ ਲੋਕਾਂ ਦੇ ਕੋਲੋਂ ਫੀਸ ਵੀ ਆਪਣੀ ਜਿਹੜੀ ਕਿਰਤ ਹੈ, ਆਪਣੀ ਰੋਜ਼ੀ ਰੋਟੀ ਹੈ, ਉਹਦੇ ਅਨੁਸਾਰ ਲਏਗਾ। ਤੇ ਜੇ ਅੰਦਰ ਪਰਮਾਤਮਾ ਪਰਮੇਸ਼ਵਰ ਜੀ ਦੀ ਯਾਦ ਨਹੀਂ, ਫਿਰ ਅੱਜ ਤੁਸੀਂ ਬਹੁਤੇ ਡਾਕਟਰਾਂ ਦਾ ਹਾਲ ਵੇਖਦੇ ਹੀ ਹੋ। ਇਸੇ ਤਰ੍ਹਾਂ ਵਕੀਲ ਹੈ, ਹੋਰ ਕਿੰਨੇ ਸਾਰੇ ਡਿਪਾਰਟਮੈਂਟ ਨੇ, ਕੋਈ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦਾ, ਤੇ ਸਾਰੇ ਫਿਰ ਆਪਣੀ ਜਿਹੜੀ ਡਿਊਟੀ ਨੂੰ ਭੁੱਲ ਕੇ, ਪਰਮੇਸ਼ਵਰ ਨੂੰ ਭੁੱਲ ਕੇ ਲੋਕਾਂ ਨੂੰ, ਆਪਣੇ ਸਾਥੀਆਂ ਨੂੰ, ਇੱਕ ਦੂਜੇ ਨੂੰ ਲੁੱਟਣ ਤੇ ਹੋ ਜਾਂਦੇ, ਕਿਉਂਕਿ ਅੰਦਰੋਂ ਹਿਰਦੇ ਘਰ ਦੇ ਵਿੱਚੋਂ ਆਤਮਾ ਮਰ ਚੁੱਕੀ ਹੈ। ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਅਸੀਂ ਇਹ ਜਿਹੜਾ ਕਰਮ ਕਰ ਰਹੇ ਹਾਂ, ਸਾਡਾ ਇਹ ਕੀਤਾ ਹੋਇਆ ਕਰਮ ਸਾਨੂੰ ਪਰਮੇਸ਼ਵਰ ਤੋਂ ਦੂਰ ਲਿਜਾ ਰਿਹਾ, ਨਾ ਕਿ ਨੇੜੇ ਲੈ ਕੇ ਆ ਰਿਹਾ। ਕਿਉਂਕਿ ਬੁਰੇ ਕੰਮਾਂ ਦੇ ਕਰਕੇ ਅਸੀਂ ਪਰਮੇਸ਼ਵਰ ਤੋਂ ਦੂਰ ਜਾਂਦੇ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ। ਝੂਠਿਆਂ ਧੰਦਿਆਂ ਦੇ ਵਿੱਚ, ਇਸ ਸੰਸਾਰ ਦੇ ਮੋਹ ਦੇ ਵਿੱਚ ਉਲਝ ਕੇ, ਕਿਉਂਕਿ ਮੋਹ ਤੇ ਪਿਆਰ ਦੇ ਵਿੱਚ ਬੜਾ ਫਰਕ ਹੁੰਦਾ, ਇਹ ਵੀ ਬੜਾ ਬਰੀਕ ਨੁਕਤਾ, ਇਹਨੂੰ ਸਮਝੀਏ। ਪਿਆਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦਾ ਤੁਸੀਂ ਜਾਂ ਸਿੱਖਾਂ ਦੇ ਜੀਵਨ ਕਾਲ ਦਾ ਇਤਿਹਾਸ ਪੜ੍ਹ ਕੇ ਦੇਖੋ, ਉੱਥੇ ਪਿਆਰ ਹੈ। ਜਿੱਥੇ ਇੱਕ ਮਾਂ ਆਪਣੇ ਬੱਚਿਆਂ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦੀ ਹੈ। ਸਾਕਾ ਨਨਕਾਣਾ ਸਾਹਿਬ ਜਦੋਂ ਤੁਸੀਂ ਪੜ੍ਹੋ ਨਾ, ਤੇ ਇੱਕ ਮਾਂ ਨੂੰ ਖਬਰ ਮਿਲੀ ਵੀ ਉਹਦੇ 2 ਪੁੱਤਰ ਨਨਕਾਣਾ ਸਾਹਿਬ ਸ਼ਹੀਦ ਹੋ ਗਏ। ਜਦੋਂ ਖਬਰ ਮਿਲੀ ਵੀ ਸ਼ਹੀਦ ਹੋ ਗਏ, ਤੇ ਉਹ ਮਾਂ ਆਪਣੇ ਹੱਥੀਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਆਪਣੇ ਨਗਰ ਦੇ ਗੁਰਦੁਆਰੇ 'ਚ ਜਾ ਕੇ ਪਰਮਾਤਮਾ ਜੀ ਦੇ ਸ਼ੁਕਰਾਨੇ ਦੀ ਅਰਦਾਸ ਕਰਕੇ ਆਈ। ਇਹ ਪਿਆਰ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬਖਸ਼ੇ ਸੀ, ਤੁਹਾਡੇ ਉੱਤੋਂ ਕੁਰਬਾਨ ਹੋ ਗਏ।
ਤੇ ਦੂਜੇ ਪਾਸੇ ਫਰਕਸ਼ੇਰ ਦੀ ਜੇਲ੍ਹ ਦੇ ਅੰਦਰ ਇੱਕ ਛੋਟਾ ਬੱਚਾ ਕੈਦ ਹੋ ਗਿਆ ਤੇ ਉਹ ਮਾਂ ਜਾਂਦੀ ਹੈ ਫਰਕਸ਼ੇਰ ਦੇ ਕੋਲ ਵੀ ਮੇਰਾ ਜਿਹੜਾ ਬੱਚਾ ਉਹ ਗਲਤੀ ਨਾਲ ਪਕੜਿਆ ਗਿਆ, ਮੇਰਾ ਬੱਚਾ ਸਿੱਖ ਨਹੀਂ ਹੈ। ਤੇ ਉਹ ਬੱਚਾ ਕਹਿੰਦਾ ਵੀ ਨਹੀਂ, ਮੇਰੀ ਮਾਂ ਝੂਠ ਬੋਲਦੀ, ਮੈਂ ਸਿੱਖ ਹੀ ਹਾਂ। ਉੱਥੇ ਮਾਂ ਦਾ ਮੋਹ ਹੈ ਜਿਹੜੀ ਕੁਰਬਾਨ ਨਹੀਂ ਕਰ ਸਕਦੀ। ਮੋਹ ਤੇ ਪਿਆਰ ਦੇ ਵਿੱਚ ਇਹ ਫਰਕ ਹੈ। ਮੋਹ ਦੇ ਵਿੱਚ ਹਮੇਸ਼ਾ ਅਸੀਂ ਵਕਾਰ ਕਮਾਉਣੇ ਆ, ਹਮੇਸ਼ਾ ਅਸੀਂ ਆਪਣੇ ਆਪੇ ਬਾਰੇ ਸੋਚਦੇ ਹਾਂ। ਪਿਆਰ ਦੇ ਵਿੱਚ ਸਮਾਜ ਦਾ ਭਲਾ ਹੁੰਦਾ ਹੈ, ਸ੍ਰਿਸ਼ਟੀ ਦਾ ਭਲਾ ਹੁੰਦਾ, ਪਰਮੇਸ਼ਵਰ ਨੂੰ ਅਸੀਂ ਸਾਰੇ ਪਾਸੇ ਰਮਿਆ ਸਮਝਦੇ, ਸਾਨੂੰ ਨਜ਼ਰ ਆ ਜਾਂਦਾ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋ। ਜਦੋਂ ਅਸੀਂ ਅੱਗੇ ਜਾਣਾ ਨਾ, ਇਹ ਜਿੰਨੇ ਵੀ ਅਸੀਂ ਵਕਾਰ ਕਮਾ ਰਹੇ ਹਾਂ, ਜਿੰਨੇ ਵੀ ਅਸੀਂ ਕਰਮ ਕਰ ਰਹੇ ਹਾਂ, ਚਾਹੇ ਉਹ ਚੰਗੇ ਆ ਤੇ ਚਾਹੇ ਉਹ ਮਾੜੇ ਆ, ਇਹਨਾਂ ਸਾਰੇ ਚੰਗੇ ਤੇ ਮਾੜੇ ਕਰਮਾਂ ਦੇ ਵਿੱਚੋਂ ਕੇਵਲ ਇੱਕ ਪਰਮਾਤਮਾ ਪਰਮੇਸ਼ਵਰ ਜੀ ਦਾ ਜਪਿਆ ਹੋਇਆ ਨਾਮ ਹੀ ਸਾਡੇ ਨਾਲ ਸਹਾਇਕ ਹੋਣਾ, ਬਾਕੀ ਸਾਰਾ ਲੇਖਾ ਪਿੱਛੇ ਰਹਿ ਜਾਂਦਾ। ਸਾਡੇ ਕੋਲੋਂ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਿਆ ਜਾਣਾ ਵੀ ਧਰਤੀ ਤੇ ਗਏ ਸੀ, ਮਨੁੱਖ ਬਣਾਇਆ, ਪਰਮੇਸ਼ਵਰ ਦਾ ਨਾਮ ਕਿੰਨਾ ਟਾਈਮ ਜਪਿਆ। 70-80 ਸਾਲ 100 ਸਾਲ ਅਸੀਂ ਇੱਥੇ ਜੀ ਕੇ ਗਏ ਤੇ ਉਹਨਾਂ 70-80 ਸਾਲਾਂ 100 ਸਾਲਾਂ ਦੇ ਵਿੱਚ ਪਰਮਾਤਮਾ ਪਰਮੇਸ਼ਵਰ ਜੀ ਦਾ ਨਾਮ ਕਿੰਨੇ ਸਾਲ ਜਪਿਆ। ਲੇਖਾ ਤੇ ਇਸ ਗੱਲ ਦਾ ਇੱਕ ਸਹਰ ਕੈ ਨਾਮ ਮਨ, ਇੱਕ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਬਾਕੀ ਸਾਰਾ ਕੁਝ ਅੱਗੇ ਲਈਏ ਖੋ, ਸਾਰਾ ਕੁਝ ਖੋਹ ਲਿਆ ਜਾਂਦਾ ਹੈ, ਕੁਝ ਵੀ ਪੱਲੇ ਨਹੀਂ ਜੇ ਬਚਦਾ। ਦਈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਈ, ਬਿਨਾ ਪਰਮੇਸ਼ਵਰ ਤੋਂ ਇਸ ਸੰਸਾਰ ਦੇ ਅੰਦਰ ਹੋਰ ਕੋਈ ਵੀ ਦੂਜਾ ਨਹੀਂ। ਅਸੀਂ ਇਸ ਗੱਲ ਨੂੰ ਸਮਝੀਏ। ਪ੍ਰੀਤਮ ਚਰਨੀ ਜੋ ਲੱਗੈ ਤਿੰਨ ਕੀ ਨਿਰਮਲ ਸੋਏ। ਜਿਹੜੇ ਪਰਮਾਤਮਾ, ਫਿਰ ਸਤਿਗੁਰੂ ਜੀ ਨੇ ਪੋਜ਼ੀਟਿਵ ਗੱਲ ਕੀਤੀ, ਕਿਉਂਕਿ ਜਿਹੜੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਹੈ ਨਾ, ਜਿਵੇਂ ਅੱਧਾ ਗਲਾਸ ਪਾਣੀ ਦਾ ਭਰਿਆ ਤੇ ਅੱਧਾ ਖਾਲੀ ਹੈ, ਗੁਰੂ ਸਾਹਿਬ ਦੀ ਜਾਂ ਗੁਰਬਾਣੀ ਦੀ ਜਿਹੜੀ ਵਿਚਾਰ ਉਹ ਇਹ ਹੈ ਕਿ ਪਾਣੀ ਦਾ ਗਲਾਸ ਅੱਧਾ ਭਰਿਆ ਹੋਇਆ, ਇਹਨੂੰ ਅਸੀਂ ਪੋਜ਼ੀਟਿਵ ਕਹਿੰਦੇ ਹਾਂ ਪੱਖੀ ਵਿਚਾਰ। ਤੇ ਜੇ ਅਸੀਂ ਕਹੀਏ ਵੀ ਗਲਾਸ ਅੱਧਾ ਖਾਲੀ ਹੈ, ਉਹਨੂੰ ਖਾਲੀਪਣ ਦਿਸ ਰਿਹਾ, ਉਹਨੂੰ ਅਸੀਂ ਨਾ ਪੱਖੀ ਕਹਿੰਦੇ, ਨੈਗੇਟਿਵ ਵਿਚਾਰ ਕਹਿੰਦੇ। ਸਤਿਗੁਰੂ ਜੀ ਨੇ ਫਿਰ ਸਮਝਾਇਆ ਵੀ ਭਾਈ ਵੀ ਬਣਾ ਪਰਮਾਤਮਾ ਪਰਮੇਸ਼ਵਰ ਜੀ ਦੇ ਨਾਮ ਤੋਂ ਸਾਡੇ ਨਾਲ ਕੁਝ ਵੀ ਜੇ ਸਹਾਇਕ ਨਹੀਂ ਹੋਣਾ। ਸੋ ਜਿਹੜੇ ਪ੍ਰੀਤਮ ਚਰਨੀ ਲੱਗੇ, ਜਿਹੜੇ ਪਰਮਾਤਮਾ ਪਰਮੇਸ਼ਵਰ ਜੀ ਦੇ ਚਰਨਾਂ 'ਚ ਲੱਗ ਜਾਂਦੇ ਨੇ ਨਾ, ਤਿੰਨ ਕੀ ਨਿਰਮਲ ਸੋਏ, ਉਹਨਾਂ ਦਾ ਜਿਹੜਾ ਇਹ ਜਨਮ ਹੈ, ਉਹਨਾਂ ਦਾ ਜਿਹੜਾ ਇਹ ਸੰਸਾਰ ਦੇ ਅੰਦਰ ਆਉਣਾ ਹੈ, ਉਹ ਨਿਰਮਲ ਹੋ ਜਾਂਦਾ। ਉਹਨਾਂ ਦਾ ਆਉਣਾ ਜਾਣਾ, ਜੰਮਣਾ ਮਰਨਾ ਕੱਟਿਆ ਜਾਂਦਾ, ਉਹ ਨਿਰਮਲ ਹੋ ਜਾਂਦੇ ਆ, ਉਹ ਪਰਮਾਤਮਾ ਪਰਮੇਸ਼ਵਰ ਵਰਗੇ ਬਣ ਜਾਂਦੇ ਆ। ਇਸੇ ਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਕੀਤਾ ਅੱਜ ਦੇ ਦਿਨ। ਸਾਡੀ ਸਿੱਖ ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਅੱਜ ਦੇ ਦਿਨ ਦੇ ਨਾਲ, ਖਾਲਸਾ ਸਾਜਣਾ ਦਿਵਸ ਦੇ ਨਾਲ ਜਾਂ ਵਿਸਾਖੀ ਦੇ ਦਿਹਾੜੇ ਨਾਲ ਸੰਬੰਧਿਤ ਨੇ। ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਨੂੰ ਤਾਰਨ ਵਾਸਤੇ ਕਲ ਤਾਰਨ ਨਾਨਕ ਪਰਮਾਤਮਾ ਪਰਮੇਸ਼ਵਰ ਜੀ ਆਪ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਸੰਸਾਰ ਤੇ ਆਏ। ਜਿਸ ਦਿਨ ਜਗਤ ਜਲੰਦੇ ਨੂੰ ਤਾਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਮਾਜ ਦਾ ਰਟਨ ਕੀਤਾ, ਇਸ ਦੁਨੀਆ ਦਾ ਭਰਮਣ ਕੀਤਾ, 4 ਉਦਾਸੀਆਂ ਕੀਤੀਆਂ। ਉਹਨਾਂ 4 ਉਦਾਸੀਆਂ ਦੀ ਜਿਸ ਦਿਨ ਸ਼ੁਰੂਆਤ ਹੋਈ, ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਪਹਿਲੇ ਦਿਨ ਆਪਣੇ ਘਰੋਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਨਿਕਲੇ ਸਨ, ਉਸ ਦਿਨ ਵੀ ਇੱਕ ਵਿਸਾਖ ਦਾ ਦਿਨ ਸੀ, ਭਾਵ ਵਿਸਾਖੀ ਦਾ ਦਿਹਾੜਾ। ਉਸ ਵੇਲੇ ਸਿੱਖਾਂ ਦੇ ਅੰਦਰ ਇਸ ਦਿਹਾੜੇ ਨੂੰ ਮਨਾਉਣ ਦੀ ਪਰੰਪਰਾ ਨਹੀਂ ਸੀ। ਇਹ ਦਿਹਾੜਾ ਫਿਰ ਸਿੱਖਾਂ ਦੇ ਅੰਦਰ ਸ਼ੁਰੂ ਕਿੱਥੋਂ ਹੋਇਆ? ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਇੱਕ ਸਿੱਖ ਹੋਏ ਨੇ, ਜਿਨ੍ਹਾਂ ਦੇ ਪਾਵਨ ਸਥਾਨ ਤੇ ਤੁਸੀਂ ਬੈਠੇ ਹੋ, ਪਾਰੋ ਜੁਲਕਾ ਜੀ। ਉਹਨਾਂ ਦੇ ਕੋਲ ਖਡੂਰ ਸਾਹਿਬ ਇੱਕ ਬੰਦਾ ਆਇਆ ਜਿਹੜਾ ਅੰਦਰੋਂ ਹਉਮੈ ਦਾ ਭਰਿਆ ਹੋਇਆ, ਤੇ ਸਵਾਲ ਉਹਦੇ ਅੰਦਰ ਇੱਕ, ਕਿਉਂਕਿ ਖਡੂਰ ਸਾਹਿਬ ਦੇ ਅੰਦਰ ਬਹੁਤ ਸਾਰੇ ਯੋਗ ਮਤ ਨਾਲ ਸੰਬੰਧਿਤ ਲੋਕ, ਵਿਦਵਾਨ ਪੁਰਸ਼ ਰਹਿੰਦੇ ਸਨ। ਕਿਸੇ ਨੇ ਦੱਸ ਪਾਈ, ਉਹ ਇੱਕ ਸਵਾਲ ਲੈ ਕੇ ਆਇਆ ਵੀ ਜਿਵੇਂ ਇੱਕ ਹੰਸ ਹੁੰਦਾ, ਕੀ ਹੰਸ ਤੋਂ ਉੱਪਰ ਦੀ ਵੀ ਕੋਈ ਉਪਾਧੀ ਹੈ ਜਿਹਨੂੰ ਅਸੀਂ ਪਰਮ ਹੰਸ ਕਹਿੰਦੇ ਹਾਂ, ਵੀ ਉਹ ਵਾਲੀ ਉਪਾਧੀ ਵੀ ਕੋਈ ਹੈ? ਇਹ ਸਵਾਲ ਲੈ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਆਇਆ ਸੀ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਗੱਲ ਦਾ ਜਵਾਬ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਤੂੰ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਭਵਿੱਖ ਨੂੰ ਜਾਣਦੇ ਨੇ, ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਵੀ ਤੁਸੀਂ ਦਰਿਆ ਤੋਂ ਪਾਰ ਇੱਧਰਲੇ ਦੀ ਸੰਗਤ ਕਰਦੇ ਰਹੋ, ਸੰਗਤ ਕਰਦੇ ਕਰਦੇ ਇੱਕ ਦਿਨ ਤੁਹਾਨੂੰ ਇਸ ਗੱਲ ਦਾ ਜਵਾਬ ਮਿਲ ਜਾਏਗਾ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਸੱਚਖੰਡ ਚਲੇ ਗਏ। ਫਿਰ ਪਾਰੋ ਜਿਹੜਾ ਸੀ
ਉਹਨਾਂ ਦਾ ਨਾਮ ਵੈਸੇ ਜੁਲਕਾ ਹੈ। ਪਾਰੋਂ ਭਾਵ ਦਰਿਆ ਤੋਂ ਪਾਰ ਆਉਂਦੇ ਸਨ, ਦਰਿਆ ਦੇ ਦੂਜੇ ਪਾਸੋਂ ਪਾਰ, ਦਰਿਆ ਨੂੰ ਪਾਰ ਕਰਕੇ ਆਉਂਦੇ ਸਨ, ਇਸ ਕਰਕੇ ਉਹਨਾਂ ਨੂੰ ਪਾਰੋ ਜੁਲਕਾ ਜੀ ਕਿਹਾ ਜਾਂਦਾ। ਸੰਗਤ ਕੀਤੀ, ਸੰਗਤ ਕਰਦਿਆਂ ਕਰਦਿਆਂ ਇੱਕ ਦਿਨ, ਕਿਉਂਕਿ ਆਪਾਂ ਸੰਖੇਪ 'ਚ ਗੱਲ ਨੂੰ ਵਿਚਾਰ ਰਹੇ ਹਾਂ, ਤੇ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਉਹਨਾਂ ਨੇ ਜਿਹੜਾ ਆਪਣੇ ਅੰਦਰ ਹਉਮੈ ਨਾਲ ਭਰਿਆ ਹੋਇਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਇਹ ਸਵਾਲ ਲੈ ਕੇ ਆਇਆ ਸੀ ਵੀ ਪਰਮਹੰਸ ਵੀ ਕੋਈ ਹੁੰਦਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਉਸੇ ਹੀ ਮਨੁੱਖ ਨੂੰ ਅੰਦਰੋਂ ਨਿਰਮਲ ਕਰਕੇ ਸਿੱਖ ਧਰਮ ਦੇ ਅੰਦਰ ਸਭ ਤੋਂ ਪਹਿਲਾਂ ਪਰਮਹੰਸ ਦੀ ਉਪਾਧੀ ਦਿੱਤੀ। ਪਰਮਹੰਸ ਭਾਈ ਪਾਰੋ ਜੁਲਕਾ ਜੀ। ਉਹਨਾਂ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਆਪਾਂ ਨੂੰ ਸਾਲ ਦੇ ਵਿੱਚ ਇੱਕ ਦਿਹਾੜਾ ਮਨਾਉਣਾ ਚਾਹੀਦਾ ਜਿੱਥੇ ਸਮੁੱਚੇ ਸਿੱਖ, ਕਿਉਂਕਿ ਇੱਕ ਗੁਰੂ ਪੂਰਨਮਾਸ਼ੀ ਹੁੰਦੀ ਹੈ ਜਿਹਦੇ ਵਿੱਚ ਉਹ ਕੁੱਲ ਦਾ ਗੁਰੂ ਹੈ, ਉਸ ਕੁੱਲ ਦੇ ਗੁਰੂ ਦੇ ਸਮੁੱਚੀ ਜਿਹੜੀ ਸਮਾਜ ਹੈ, ਜਿਹੜਾ ਉਸ ਗੁਰੂ ਦਾ ਪੈਰੋਕਾਰ ਉਹਨੂੰ ਮੰਨਣਹਾਰਾ, ਉਹ ਉਸ ਦਿਨ ਆਪਣੇ ਗੁਰੂ ਦੇ ਦਰਸ਼ਨ ਕਰਦਾ ਸਾਲ 'ਚ ਇੱਕ ਦਿਨ। ਉਹਨੂੰ ਗੁਰੂ ਪੂਰਨਿਮਾ ਕਹਿੰਦੇ, ਗੁਰੂ ਪੂਰਨਮਾਸ਼ੀ। ਫਿਰ ਪਾਰੋ ਜੁਲਕਾ ਜੀ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਸਾਨੂੰ ਵੀ ਆਪਣੇ ਸਾਲ ਦੇ ਅੰਦਰ ਇੱਕ ਦਿਹਾੜਾ ਮਨਾਉਣਾ ਚਾਹੀਦਾ ਜਿਸ ਦਿਨ ਸਾਰੇ ਸਿੱਖ ਤੁਹਾਡੀ ਹਾਜ਼ਰੀ ਦੇ ਅੰਦਰ ਇਕੱਠੇ ਹੋਣ। ਫਿਰ ਵਿਸਾਖੀ ਦਾ ਦਿਹਾੜਾ ਨਿਯੁਕਤ ਕੀਤਾ ਗਿਆ। ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਰੋ ਜੁਲਕਾ ਦੇ ਬੇਨਤੀ ਕਰਨ ਤੇ ਸਿੱਖ ਧਰਮ ਦੇ ਅੰਦਰ ਵਿਸਾਖੀ ਦਾ ਦਿਹਾੜਾ ਮਨਾਇਆ, ਜਿਹੜਾ ਇੱਕ ਵਿਸਾਖ ਵਾਲੇ ਦਿਨ। ਤੇ ਸਾਡੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਇਹ ਵੀ ਹਵਾਲਾ ਮਿਲਦਾ ਕਿ ਚਿਤੌੜਗੜ੍ਹ ਦਾ ਕਿਲ੍ਹਾ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਮੁਗਲ ਬਾਦਸ਼ਾਹ ਅਕਬਰ ਜੀ ਸੀ, ਤੇ ਅਕਬਰ ਨੇ ਬੜੇ ਲੰਬੇ ਸਮੇਂ ਤੋਂ ਚਿਤੌੜਗੜ੍ਹ ਦੇ ਕਿਲ੍ਹੇ ਨੂੰ ਘੇਰਾ ਪਾਇਆ ਹੋਇਆ ਸੀ, ਪਰ ਉਹਦੇ ਕੋਲੋਂ ਕਿਲ੍ਹਾ ਜਿੱਤਿਆ ਨਹੀਂ ਸੀ ਜਾ ਰਿਹਾ। ਉਹਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕਰੋ, ਰਹਿਮਤ ਕਰੋ, ਕਿਉਂਕਿ ਅੱਜ ਤਾਂ ਉਸ ਅਕਬਰ ਬਾਦਸ਼ਾਹ ਨੂੰ ਸਾਡੇ TV ਸੀਰੀਅਲਾਂ ਦੇ ਅੰਦਰ ਬਹੁਤ ਜ਼ਿਆਦਾ ਇੱਦਾਂ ਹਾਸੋਹੀਣਾ ਪੇਸ਼ ਕੀਤਾ ਜਾਂਦਾ ਨਾ ਬੱਚਿਆਂ ਦੇ ਸਾਹਮਣੇ, ਵੀ ਉਹਨੂੰ ਤਾਂ ਕੁਝ ਪਤਾ ਹੀ ਨਹੀਂ ਸੀ, ਸਭ ਕੁਝ ਬੀਰਬਲ ਨੂੰ ਹੀ ਪਤਾ। ਪਰ ਇਹ ਕਿਉਂ ਹੈ? ਕਿਉਂਕਿ ਅਕਬਰ ਬਾਦਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਮੁਰੀਦ ਸੀ, ਸਿੱਖ ਗੁਰੂ ਸਾਹਿਬਾਨ, ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦਾ ਸਿੱਖ ਸੀ ਅੰਦਰੋਂ, ਇਸ ਕਰਕੇ ਉਹਨੂੰ ਨੀਵਾਂ ਪੇਸ਼ ਕੀਤਾ ਜਾਂਦਾ। ਤੇ ਜਿਹੜਾ ਇੱਕ ਬ੍ਰਾਹਮਣ ਉਹਨਾਂ ਦਾ ਵਜ਼ੀਰ ਸੀ ਬੀਰਬਲ, ਉਹਨੂੰ ਅੱਜ ਦੇ ਸਮਾਜ 'ਚ ਉੱਚਾ ਪੇਸ਼ ਕੀਤਾ ਜਾਂਦਾ, ਕਿਉਂਕਿ ਉਹ ਇਸ ਸਿਧਾਂਤ ਨੂੰ ਮੰਨਦਾ ਸੀ ਕਿ ਅੱਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਉਹ ਇਸੇ ਸਿਧਾਂਤ ਨੂੰ ਮੁੱਖ ਰੱਖ ਕੇ ਉਹਨੇ ਆਪਣੇ ਮੁਸਲਮਾਨ ਸਮਾਜ ਦੇ ਅੰਦਰ ਇੱਕ ਨਵੇਂ ਧਰਮ ਦੀ ਨੀਂਹ ਵੀ ਰੱਖੀ, ਜਿਹਨੂੰ ਦੀਨ ਏ ਇਲਾਹੀ ਕਿਹਾ ਜਾਂਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੂੰ ਦੇਖਿਆ ਤੇ ਸਾਰੇ ਸਿਧਾਂਤ ਮੇਲ ਖਾਂਦੇ ਸੀ, ਫਿਰ ਆਪਣਾ ਧਰਮ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ 'ਚ ਹੀ ਮਿਲਾਤਾ, ਉਹਦੀ ਹੋਂਦ ਹੀ ਖਤਮ ਕਰ ਦਿੱਤੀ। ਅੱਜ ਸਾਡੇ ਬੱਚਿਆਂ ਦੇ ਸਾਹਮਣੇ ਹਾਸੋਹੀਣਾ ਪੇਸ਼ ਕੀਤਾ ਜਾਂਦਾ ਅਕਬਰ ਬਾਦਸ਼ਾਹ, ਪਰ ਬਹੁਤ ਜ਼ਿਆਦਾ ਵਿਦਵਾਨ ਪੁਰਸ਼ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਇੱਧਰਲੇ ਪਾਸੇ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬੌਲੀ ਦਾ ਨਿਰਮਾਣ ਕਰਵਾ ਰਹੇ ਆ। ਬੌਲੀ ਬਣ ਕੇ ਜਦੋਂ ਤਿਆਰ ਹੋਣੀ ਸੀ, ਥੋੜ੍ਹੇ ਦਿਨ ਬਾਕੀ ਰਹਿੰਦੇ ਸਨ, ਸਤਿਗੁਰੂ ਜੀ ਨੇ ਬਚਨ ਕੀਤਾ ਵੀ ਭਾਈ ਜਿਸ ਦਿਨ ਸਾਡੀ ਬੌਲੀ ਦਾ ਇਸ ਦਾ ਕੜ ਟੁੱਟੇਗਾ ਨਾ, ਜਿਵੇਂ ਹੀ ਕੜ ਟੁੱਟੇਗਾ ਉਵੇਂ ਹੀ ਤੁਸੀਂ ਕਿਲ੍ਹੇ ਨੂੰ ਫਤਿਹ ਕਰ ਲਓਗੇ। ਤੇ ਜਿਸ ਦਿਨ ਉਸ ਬੌਲੀ ਦਾ ਕੜ ਟੁੱਟਿਆ, ਬੌਲੀ ਬਣ ਕੇ ਤਿਆਰ ਹੋਈ 84 ਪੌੜੀਆਂ, ਜਿਸ ਬੌਲੀ ਦੀਆਂ ਤੁਸੀਂ ਦਰਸ਼ਨ ਕਰਦੇ ਹੋ, ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥੀਂ ਇਹ ਬੌਲੀ ਦਾ ਨਿਰਮਾਣ ਕਰਵਾਇਆ। ਉਸ ਬੌਲੀ ਦਾ ਜਿਸ ਦਿਨ ਕੜ ਟੁੱਟਿਆ ਤੇ ਚਿਤੌੜਗੜ੍ਹ ਦਾ ਕਿਲ੍ਹਾ ਅਕਬਰ ਬਾਦਸ਼ਾਹ ਨੇ ਜਿਸ ਦਿਨ ਫਤਿਹ ਕੀਤਾ, ਉਹ ਦਿਨ ਵੀ ਵਿਸਾਖੀ ਦਾ ਦਿਨ ਸੀ, ਅੱਜ ਦਾ ਦਿਨ, ਕਿਉਂਕਿ ਇਹ ਕ੍ਰਾਂਤੀ ਦਾ ਦਿਨ ਹੈ। ਸਾਡੇ ਬਾਹਰੀ ਕੁਦਰਤੀ ਸਰੋਤਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਅਸੀਂ ਫਸਲ ਬੀਜਦੇ ਹਾਂ ਅਨਾਜ ਦੀ, ਅਨਾਜ ਪੈਦਾ ਕਰਦੇ ਹਾਂ, ਕਣਕ ਬੀਜਦੇ ਹਾਂ, ਤੇ ਉਹਦਾ ਜਿਹੜਾ ਵਾਢੀ ਦਾ ਦਿਹਾੜਾ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਸ਼ੁਰੂ ਕੀਤਾ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਫਸਲ ਨੂੰ ਵੱਢ ਕੇ ਸੰਭਾਲਿਆ ਜਾਂਦਾ, ਫਿਰ ਪੂਰੇ ਸਾਲ ਭਰ ਵਾਸਤੇ ਉਹਨੂੰ ਸਾਡੇ ਜੀਵਨ ਦਾ ਨਿਰਵਾਹ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਫਿਰ ਚੱਲਦਾ ਸਮਾਂ ਚੱਲਦਾ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਇਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ, ਜਿਹਨੂੰ ਅਸੀਂ ਖਾਲਸਾ ਸਾਜਣਾ ਦਿਵਸ ਦੇ ਨਾਂ ਦੇ ਨਾਲ ਜਾਣਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਤੋਂ ਹੀ ਚਿੱਠੀਆਂ ਲਿਖ ਕੇ, ਜਿਨ੍ਹਾਂ ਨੂੰ ਅਸੀਂ ਹੁਕਮਨਾਮੇ ਕਹਿੰਦੇ ਹਾਂ, ਸਾਰੇ ਸਿੱਖ ਜਗਤ ਦੇ ਅੰਦਰ ਭੇਜੀਆਂ ਕਿ ਵਿਸਾਖੀ ਦੇ ਦਿਹਾੜੇ ਦੇ ਉੱਤੇ
ਆਨੰਦਪੁਰ ਸਾਹਿਬ ਵਿਸ਼ੇਸ਼ ਇਕੱਠ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੁਲਾਇਆ। ਜਦੋਂ ਵਿਸ਼ੇਸ਼ ਤੌਰ ਤੇ ਹੁਕਮਨਾਮਾ ਆਏ ਸਨ ਤੇ ਹਰੇਕ ਸਿੱਖ ਵਿਸ਼ੇਸ਼ ਤੌਰ ਤੇ ਵੱਡੇ ਇਕੱਠ ਦੇ ਰੂਪ 'ਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਠੇ ਹੋਏ। ਬਹੁਤ ਵੱਡਾ ਇਕੱਠ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੁਲਾਇਆ ਹੋਇਆ। ਬਹੁਤ ਵੱਡੇ ਪ੍ਰਬੰਧ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਹੋਏ ਆ। ਇਸ ਦਿਨ ਦੀ ਵੀ ਕਿਉਂ ਲੋੜ ਪਈ? ਕਿਉਂਕਿ ਸਿੱਖ ਤੇ ਪਹਿਲਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਆਪਾਂ ਨਿਸ਼ਾਵਰ ਕਰਦੇ ਹੀ ਸੀ, ਪਰ ਅੱਜ ਦਾ ਦਿਨ ਵਿਸ਼ੇਸ਼ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੁਣਿਆ, ਕਿਉਂਕਿ ਅੱਜ ਦੇ ਦਿਨ ਦਾ ਵਾਅਦਾ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਸਾਹਿਬ ਜੀ ਦੇ ਅਨੰਨ ਸਿੱਖ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਜੈਤੇ ਜੀ ਦੇ ਨਾਂ ਦੇ ਨਾਲ ਜਾਣਦੇ ਆ, ਉਹ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚੋਂ ਸਤਿਗੁਰਾਂ ਜੀ ਦਾ ਸੀਸ ਆਨੰਦਪੁਰ ਸਾਹਿਬ ਲੈ ਕੇ ਆਏ। ਤੇ ਗੁਰੂ ਸਾਹਿਬ ਜੀ ਨੇ ਸਵਾਲ ਕੀਤਾ ਵੀ ਤੁਸੀਂ ਸੀਸ ਲੈ ਕੇ ਆਏ ਹੋ, ਵੀ ਉੱਥੇ ਹੋਰ ਕੋਈ ਸਿੱਖ ਨਹੀਂ ਸੀ ਇਸ ਵਰਤਾਰੇ ਨੂੰ ਦੇਖਦਾ ਦਿੱਲੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਦੇਸ਼ ਦਾ ਦੁਨੀਆ ਦਾ ਭ੍ਰਮਣ ਕੀਤਾ ਨਾ, ਮੁਸਲਮਾਨ ਸਮਾਜ ਦੇ ਅੰਦਰ ਇੱਕ ਵਿਦਵਾਨ ਹੋਏ ਨੇ, ਉਹਨਾਂ ਨੇ ਆਪਣਾ ਇੱਕ ਫਿਰਕਾ ਬਣਾਇਆ। ਉਸ ਫਿਰਕੇ ਦੇ ਉਹ ਬਾਨੀ ਸਨ ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਉਹਨਾਂ ਦਾ ਨਾਮ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮਕਾਲੀ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਹੈ। ਉਸ ਕਿਤਾਬ ਦੇ ਅੰਦਰ ਉਹਨਾਂ ਜ਼ਿਕਰ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ 'ਚ ਹੀ ਸਿੱਖਾਂ ਦੀ ਗਿਣਤੀ ਪੂਰੇ ਸਮਾਜ ਦੇ ਅੰਦਰ 3 ਕਰੋੜ ਤੋਂ ਵੱਧ ਹੋ ਗਈ ਸੀ। 3 ਕਰੋੜ ਤੋਂ ਵੱਧ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ 'ਚ ਪੈਦਾ ਕੀਤੇ। ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਤਾਂ ਪਹੁੰਚਦੇ ਪਹੁੰਚਦੇ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਸਿੱਖ ਜਿਹੜੇ ਸੱਜ ਚੁੱਕੇ ਸੀ। ਪਰ ਸਤਿਗੁਰੂ ਜੀ ਜਦੋਂ ਸਵਾਲ ਕਰਦੇ ਨੇ ਵੀ ਦਿੱਲੀ ਦੇ ਅੰਦਰ ਇਸ ਵਰਤਾਰੇ ਨੂੰ ਵੇਖਣ ਵਾਲਾ ਹੋਰ ਕੋਈ ਵੀ ਸਿੱਖ ਨਹੀਂ ਸੀ ਜਿਹੜਾ ਇਸ ਵਰਤਾਰੇ ਦੇ ਖਿਲਾਫ ਆਵਾਜ਼ ਚੁੱਕ ਸਕਦਾ। ਤੇ ਭਾਈ ਜੈਤਾ ਜੀ ਕਹਿੰਦੇ ਸਤਿਗੁਰੂ ਜੀ ਮੈਨੂੰ ਇਹ ਤੇ ਨਹੀਂ ਪਤਾ ਵੀ ਸਿੱਖ ਹੈਗੇ ਸੀ ਕਿ ਨਹੀਂ, ਪਰ ਵੇਖਣ ਨੂੰ ਸਾਰੇ ਇੱਕੋ ਜਿਹੇ ਸੀਗੇ, ਇਸ ਕਰਕੇ ਮੈਂ ਕੋਈ ਪਹਿਚਾਣ ਨਹੀਂ ਕਰ ਸਕਿਆ ਵੀ ਉੱਥੇ ਉਸ ਇਕੱਠ ਦੇ ਵਿੱਚ ਕੋਈ ਸਿੱਖ ਸੀਗੇ ਕਿ ਨਹੀਂ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਇਹ ਵਚਨ ਦਿੱਤਾ ਕਿ ਸਮਾਂ ਆਏਗਾ ਅਸੀਂ ਅਜਿਹਾ ਸਿੱਖ ਬਣਾਵਾਂਗੇ ਜਿਹੜਾ ਪੂਰੀ ਦੁਨੀਆ ਦੇ ਅੰਦਰ ਇਕੱਲਾ ਖੜਿਆ ਪਹਿਚਾਣਿਆ ਜਾਇਆ ਕਰੇਗਾ ਕਿ ਆਹ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ। ਇਹ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕੀਤੀ ਕਿ ਇਹੋ ਜਿਹਾ ਸਿੱਖ ਬਣਾਵਾਂਗੇ ਵੀ ਪੂਰੀ ਦੁਨੀਆ ਦੇ ਵਿੱਚ ਜੇ ਇਕੱਲਾ ਵੀ ਖੜਾ ਹੋਏਗਾ ਨਾ ਤੇ ਪਹਿਚਾਣਿਆ ਜਾਏਗਾ ਵੀ ਇਹ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ। ਫਿਰ ਕੋਈ ਇਹ ਨਹੀਂ ਕਹਿ ਸਕੇਗਾ ਕਿ ਅਸੀਂ ਪਹਿਚਾਣ ਨਹੀਂ ਸਕੇ ਵੀ ਇਹ ਸਿੱਖ ਹੈ ਸੀ ਕਿ ਨਹੀਂ। ਤੇ ਅੱਜ ਦਾ ਉਹ ਦਿਹਾੜਾ ਸੀ। ਫਿਰ ਵੱਡੀ ਗਿਣਤੀ 'ਚ ਜਦੋਂ ਇਕੱਠ ਹੋਇਆ ਸੀ, ਸਾਰੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੰਬੂ ਬਹੁਤ ਵੱਡੀ ਗਿਣਤੀ 'ਚ ਲਵਾਏ ਹੋਏ ਸੀ। ਲੋਕਾਂ ਦੇ ਆਉਣ ਜਾਣ ਦਾ ਪ੍ਰਬੰਧ, ਰਹਿਣ ਦਾ ਪ੍ਰਬੰਧ ਕਰਵਾਇਆ ਹੋਇਆ ਸੀ। ਤੰਬੂਆਂ ਦੇ ਉੱਤੇ ਆਸੇ-ਪਾਸੇ ਗੁਰਬਾਣੀ ਦੀਆਂ ਜਿਹੜੀਆਂ ਗੁਰੂ ਤੋਂ ਆਪਾਂ ਨਿਸ਼ਾਵਰ ਕਰਨ ਵਾਲੀਆਂ ਪੰਕਤੀਆਂ ਨੇ, ਜਿਵੇਂ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਦਾਂ ਦੀਆਂ ਪੰਕਤੀਆਂ ਜਗ੍ਹਾ ਜਗ੍ਹਾ ਦੇ ਉੱਤੇ ਇੱਦਾਂ ਕੱਪੜਿਆਂ ਦੇ ਉੱਤੇ ਲਿਖਵਾ ਕੇ ਲਵਾਈਆਂ ਹੋਈਆਂ। ਗਗਨ ਦਾ ਮਾਮਾ ਬਾਜਿਓ ਪਰੇ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਬਜੂਝਣ ਖੋਦਾ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਭਾਵ ਜਿਹੜੀਆਂ ਪੰਕਤੀਆਂ ਦੇ ਅੰਦਰ ਆਪਾ ਕੁਰਬਾਨ ਕਰਨ ਦੀ ਗੱਲ ਸੀ, ਉਹ ਪੰਕਤੀਆਂ ਜਗ੍ਹਾ ਜਗ੍ਹਾ ਤੇ ਸਤਿਗੁਰੂ ਜੀ ਨੇ ਲਿਖਵਾ ਕੇ ਲਵਾਈਆਂ ਹੋਈਆਂ। ਬਹੁਤ ਵੱਡਾ ਇਕੱਠ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ ਤੇ ਇੱਕ ਮੈਦਾਨ ਜਿਹੜਾ ਕੇਸਗੜ੍ਹ ਸਾਹਿਬ ਦੇ ਥੱਲੜੇ ਪਾਸੇ, ਜਿਹੜਾ ਅੱਜ ਅਸੀਂ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਤੇ ਪਹਾੜੀ ਦੇ ਥੱਲੜੇ ਪਾਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਇਕੱਠ ਨੂੰ ਸਾਰੇ ਨੂੰ ਬੁਲਾ ਲਿਆ। ਦਿਨ ਹੋਇਆ ਅੱਜ ਦਾ, ਤੇ ਉੱਚੀ ਥਾਂ ਦੇ ਉੱਤੇ, ਉਸ ਟਿੱਬੀ ਦੇ ਉੱਤੇ, ਉਸ ਪਹਾੜੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਟੇਜ ਬਣਵਾਈ ਹੈ। ਉਸ ਸਟੇਜ ਦੇ ਉੱਤੇ ਸਤਿਗੁਰੂ ਜੀ ਖੁਦ ਬਿਰਾਜਮਾਨ ਨੇ ਤੇ ਸਟੇਜ ਦੇ ਪਿਛਲੇ ਪਾਸੇ ਇੱਕ ਤੰਬੂ ਲੱਗਾ ਹੋਇਆ। ਗੁਰਬਾਣੀ ਦਾ ਕੀਰਤਨ ਹੋ ਰਿਹਾ। ਸਤਿਗੁਰੂ ਜੀ ਦੇ ਅਨੰਨ ਸਿੱਖ ਗੁਰਬਾਣੀ ਦਾ ਕੀਰਤਨ ਕਰ ਰਹੇ ਵੱਖ-ਵੱਖ ਥਾਵਾਂ ਦੇ ਉੱਤੇ। ਬਹੁਤ ਦੂਰ ਤੱਕ ਸਿੱਖਾਂ ਦਾ ਇਕੱਠ ਆ ਜਿਹੜਾ ਫੈਲਿਆ ਹੋਇਆ। ਸਮਾਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਟੇਜ ਦੇ ਉੱਪਰ ਖੜੇ ਹੋ ਜਾਂਦੇ ਨੇ ਤੇ ਆਪਣੇ ਗਾਤਰੇ ਪਾਈ ਹੋਈ ਕਿਰਪਾਨ ਮਿਆਨ ਦੇ ਵਿੱਚੋਂ ਬਾਹਰ ਕੱਢ ਲੈਂਦੇ ਨੇ
ਬਾਹਰ ਕੱਢ ਕੇ ਤੇ ਇਕੱਠ ਨੂੰ ਸੰਬੋਧਨ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਚੱਲੇ ਆ ਰਹੇ ਇਸ ਪਰੰਪਰਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਇੱਕ ਨਿਵੇਕਲਾ ਰੰਗ ਦੇਣ ਲੱਗੇ ਨੇ ਤੇ ਖੜੇ ਹੋ ਕੇ ਆਵਾਜ਼ ਦਿੰਦੇ ਨੇ ਕਿ ਸਾਡੀ ਤਲਵਾਰ ਹੈ ਜਿਹੜੀ, ਸਾਡੀ ਮਿਆਨ ਹੈ ਜਿਹੜੀ, ਉਹ ਖੂਨ ਦੀ ਪਿਆਸੀ ਹੈ। ਕਿਸੇ ਇੱਕ ਦਾ ਸੀਸ ਸਾਨੂੰ ਚਾਹੀਦਾ, ਸਿਰ ਚਾਹੀਦਾ। ਜੇ ਕੋਈ ਹੈ ਗੁਰੂ ਨਾਨਕ ਦਾ ਪਿਆਰਾ ਤਾਂ ਉੱਠ ਕੇ ਸਾਨੂੰ ਆਪਣਾ ਸੀਸ ਭੇਟ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ਾਂ ਲਗਾਇਆ ਤੇ ਸਭ ਤੋਂ ਪਹਿਲਾਂ, ਕਿਉਂਕਿ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਹੁਣ ਬੜੇ ਲੋਕ ਸਵਾਲ ਕਰ ਦਿੰਦੇ ਨੇ, ਬਹੁਤ ਪੜ੍ਹੇ ਲਿਖੇ ਵਿਦਵਾਨ ਸਾਡੇ ਸਮਾਜ ਦੇ ਅੰਦਰ ਪੈਦਾ ਹੋ ਗਏ ਜਿਹੜੇ ਗੁਰੂ ਦੇ ਉੱਪਰ ਵੀ ਉਤੰਕਣ ਕਰਦੇ ਆ। ਉਹ ਸਵਾਲ ਕਰਦੇ ਨੇ, ਭਾਈ ਨੰਦ ਲਾਲ ਜੀ ਵਰਗੇ ਹੋਰ ਕਿੰਨੇ ਸਾਰੇ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਉਸ ਵੇਲੇ ਸਨ, ਬਾਬਾ ਜੀਵਨ ਸਿੰਘ, ਕਿੰਨੇ ਸਾਰੇ, ਉਹਨਾਂ ਵਿੱਚੋਂ ਕੋਈ ਵੀ ਨਹੀਂ ਉੱਠਿਆ। ਭਾਈ ਦਇਆ ਸਿੰਘ ਦਾ ਪਹਿਲਾਂ ਇਤਿਹਾਸ 'ਚ ਕਿਤੇ ਜ਼ਿਕਰ ਹੀ ਨਹੀਂ। ਤੇ ਵੀ ਉਹੀ ਕਿਉਂ? ਕਿਉਂਕਿ ਭਲਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਖੇਡ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਰਤਾਰੇ ਨੂੰ ਅੱਜ ਤੱਕ ਨਾ ਕੋਈ ਸਮਝ ਸਕਿਆ ਤੇ ਨਾ ਹੀ ਕੋਈ ਸਮਝ ਸਕਦਾ। ਇਹ ਬੇਅੰਤ ਨੇ ਬਣਾਈ ਹੋਈ ਕੁਦਰਤ ਹੈ। 84 ਲੱਖ ਜੂਨਾਂ ਦੀ ਅਸੀਂ ਗੱਲ ਕਰਦੇ ਹਾਂ। ਕੀ ਤੁਸੀਂ ਜਾਣਦੇ ਹੋ ਸਾਡੇ ਸਰੀਰ ਦੇ ਅੰਦਰ ਵੀ ਕਿੰਨੀਆਂ ਸਾਰੀਆਂ ਜੂਨਾਂ ਹਰ ਰੋਜ਼ ਪੈਦਾ ਤੇ ਜਨਮ ਲੈਂਦੀਆਂ ਨੇ ਤੇ ਪੈਦਾ ਹੁੰਦੀਆਂ ਨੇ ਤੇ ਮਰ ਜਾਂਦੀਆਂ ਨੇ ਸਾਡੇ ਸਰੀਰ 'ਚ। ਤੇ ਮੈਡੀਕਲ ਸਾਇੰਸ ਅੱਜ ਤੱਕ ਇਸ ਬਾਡੀ ਦਾ, ਇਸ ਸਰੀਰ ਦਾ ਅੰਤ ਨਹੀਂ ਪਾ ਸਕੀ। ਕਾਇਨਾਤ ਦਾ ਅੰਤ ਪਾਉਣਾ ਤਾਂ ਬਹੁਤ ਵੱਡੀ ਗੱਲ ਹੈ, ਤੇ ਉਸ ਤੋਂ ਵੀ ਵੱਡੀ ਗੱਲ ਆ ਕਾਇਨਾਤ ਨੂੰ ਸਾਜਣ ਵਾਲੇ ਦਾ ਅੰਤ ਪਾਉਣਾ। ਸਾਡੀ ਆਤਮਾ ਇਸ ਸਰੀਰ ਦੇ ਅੰਦਰ ਰਹਿੰਦੀ ਹੈ ਨਾ, ਬੋਲ ਰਹੀ ਹੈ, ਸਾਹ ਚੱਲ ਰਹੇ ਆ। ਜਿਸ ਦਿਨ ਇਹ ਸਾਹ ਬੰਦ ਹੋ ਜਾਣਗੇ, ਮਨੁੱਖ ਬੋਲਣਾ ਬੰਦ ਕਰ ਦਿੰਦਾ। ਕੀ ਹੈ ਅਜਿਹਾ ਜਿਹੜਾ ਇਸ ਸਰੀਰ 'ਚ ਰਹਿੰਦਾ? ਅੱਜ ਤੱਕ ਅਸੀਂ ਇਹ ਹੀ ਨਹੀਂ ਲੱਭ ਸਕੇ। ਅੱਜ ਤੱਕ ਅਸੀਂ ਆਪਣੇ ਅੰਤਰਾਤਮੇ ਦੀ, ਜਿਹੜਾ ਸਾਡੇ ਆਤਮਾ ਹੈ, ਜਿਹੜਾ ਸਾਡਾ ਅੰਦਰਲਾ ਹੈ, ਉਸ ਰੂਹ ਦੇ ਆਪਣੀਆਂ ਇਹਨਾਂ ਸਰੀਰ ਵਾਲੀਆਂ ਅੱਖਾਂ ਨਾਲ ਦਰਸ਼ਨ ਕਰ ਸਕੇ? ਕੋਈ ਵੀ ਐਸਾ ਮਨੁੱਖ ਨਹੀਂ ਹੈ। ਉਹਨੂੰ ਸਿਰਫ ਮਹਿਸੂਸ ਕੀਤਾ ਜਾਂਦਾ। ਉਹ ਸਿਰਫ ਇੱਕ ਸੁਰਤ ਹੈ, ਉੱਥੇ ਆਕਾਰ ਨਹੀਂ ਕੋਈ ਵੀ। ਫਿਰ ਦਇਆ ਰਾਮ ਉੱਠ ਕੇ ਖੜੇ ਹੋਏ। ਹੁਣ ਇਹ ਗੱਲ ਕਿਉਂ ਆ? ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਤੁਸੀਂ ਲੜੀਵਾਰ ਵਿਚਾਰ ਵੀ ਸ਼ਰਵਣ ਕਰ ਰਹੇ ਹੋ, ਜਿਸ ਦੇ ਅੰਦਰ ਧਰਮ ਸਾਡੇ ਅੰਦਰ ਉਸੇ ਵੇਲੇ ਹੀ ਪੈਦਾ ਹੋ ਸਕਦਾ ਜੇ ਸਾਡੇ ਅੰਦਰ ਦਇਆ ਹੈ। ਧੌਲ ਧਰਮ ਦਇਆ ਕਾ ਪੂਤ। ਤੇ ਜਿਹੜੇ ਪੰਜ ਪਿਆਰੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਜਣ ਲੱਗੇ ਨੇ ਨਾ, ਜਿਨ੍ਹਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਦੇਣੀ ਹੈ, ਉਹ ਪੰਜ ਪਿਆਰੇ ਅਸਲ ਦੇ ਵਿੱਚ ਸਾਡੇ ਸਿੱਖਾਂ ਦੇ, ਖਾਲਸੇ ਦੇ ਜੀਵਨ ਦੇ ਪੰਜ ਗੁਣ ਨੇ। ਜਿਸ ਮਨੁੱਖ ਦੇ ਅੰਦਰ ਪੰਜ ਇਹ ਵਾਲੇ ਪੰਜ ਗੁਣ ਹੁੰਦੇ ਨੇ, ਉਹ ਅਸਲ ਦੇ ਵਿੱਚ ਸੰਪੂਰਨ ਖਾਲਸਾ ਬਣਦਾ, ਜਿਹੜਾ ਪਰਮਾਤਮਾ ਪਰਮੇਸ਼ਵਰ ਵਿੱਚ ਲੀਨ ਹੁੰਦਾ। ਜੇ ਸਾਡੇ ਅੰਦਰ ਇਹ ਪੰਜ ਗੁਣ ਨਹੀਂ ਤੇ ਫਿਰ ਖਾਲੀ ਲਿਬਾਸ ਧਾਰਨ ਕੀਤਾ, ਮੁਆਫ ਕਰਨਾ, ਅੰਦਰੋਂ ਅਸੀਂ ਹਜੇ ਖਾਲਸੇ ਬਣੇ ਨਹੀਂ। ਬਾਹਰੀ ਵਰਦੀ ਜ਼ਰੂਰ ਪਾ ਲਈ ਹੈ, ਪਰ ਅੰਦਰੂਨੀ ਤੌਰ ਤੇ ਹਜੇ ਅਸੀਂ ਗੁਰੂ ਸਾਹਿਬ ਜੀ ਦੇ ਨੇੜੇ ਨਹੀਂ ਪਹੁੰਚ ਸਕੇ। ਇਹ ਗੱਲ ਕਿਉਂ ਕਹਿ ਰਿਹਾ? ਕਿਉਂਕਿ ਅੱਜ ਦੇ ਸਮਾਜ 'ਚ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਬਾਹਰੀ ਤੌਰ ਤੇ ਲਿਬਾਸ ਦਾ ਧਾਰਨ ਕੀਤਾ, ਪਰ ਉਸ ਲਿਬਾਸ ਨੂੰ ਕਲੰਕਿਤ ਵੀ ਕਰ ਰਹੇ ਹੈ। ਇੱਕ ਗੁਰੂ ਨੂੰ ਛੱਡ ਕੇ ਉੱਪਰ ਦੀ ਗਾਤਰਾ ਵੀ ਪਾਇਆ, ਸੋਹਣਾ ਦਮਾਲਾ, ਸੋਹਣੀ ਦਸਤਾਰ ਵੀ ਸਜਾਈ ਹੈ, ਤੇ ਹੋਰ ਪਤਾ ਨਹੀਂ ਅੱਜ ਦੇ ਦਿਨ 'ਚ ਵੀ ਲੋਕਾਂ ਨੇ ਜਾਣਾ, ਪਤਾ ਨਹੀਂ ਕਿੱਥੇ ਕਿੱਥੇ ਮਿੱਟੀ ਕੱਢਦੇ ਫਿਰਦੇ, ਮੱਥੇ ਟੇਕਦੇ ਫਿਰਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਆ? ਮੇਰਾ ਸਿੱਖ ਉਹ ਆ ਜਿਹੜਾ ਗੋਰ ਮੜੀ ਮੱਟ ਭੂਲ ਨਾ ਮੰਨ। ਭੁੱਲ ਕੇ ਵੀ ਜਿਹੜਾ ਇਹਨਾਂ ਦੀ ਪੂਜਾ ਨਹੀਂ ਕਰਦਾ, ਮੇਰਾ ਸਿੱਖ ਉਹ ਆ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮੈਨੂੰ ਰਹਿਤ ਪਿਆਰੀ ਹੈ। ਦੂਸਰੇ ਪਾਸੇ ਬੇਅੰਤ ਐਸੇ ਸਿੱਖ ਨੇ ਜਿਹੜੇ ਆਪਦੇ ਆਪ ਨੂੰ ਸਿੱਖ ਖਵਾਉਂਦੇ, ਖਾਲਸੇ ਖਵਾਉਂਦੇ ਆ, ਕਿਰਪਾਨਾਂ ਵੀ ਧਾਰਨ ਕੀਤੀਆਂ, ਉਹਨਾਂ ਨੂੰ ਡਿਊਟੀਆਂ ਮਿਲੀਆਂ, ਅਹੁਦੇ ਮਿਲੇ ਆ, ਕੋਈ ਡਾਕਟਰ ਹੈ, ਕੋਈ ਕਿਸੇ ਡਿਪਾਰਟਮੈਂਟ 'ਚ, ਕਿਸੇ 'ਚ ਕਿਰਪਾਨਾਂ ਪਾ ਕੇ ਵੀ ਲੋਕਾਂ ਨਾਲ ਬੇਈਮਾਨੀ, ਈਰਖਾ, ਠੱਗੀ ਭਾਵਨਾ ਕਰਨ ਲੱਗੇ, ਕੰਨੀ ਨਹੀਂ ਕਤਰਾਉਂਦੇ। ਫਿਰ ਅੰਦਰੋਂ ਉਹ ਸਿੱਖ ਨਹੀਂ ਨਾ ਹੋਏ।
ਜਿਸ ਮਨੁੱਖ ਦੇ ਅੰਦਰ ਅੱਜ ਵਾਲੇ 5 ਪਿਆਰੇ ਜਿਹੜੇ ਸਾਜਣ ਲੱਗੇ ਨੇ ਸਤਿਗੁਰੂ ਜੀ, ਇਹ ਵਾਲੇ 5 ਗੁਣ ਆ ਜਾਂਦੇ ਨੇ ਤੇ ਉਹ ਫਿਰ ਉਸ ਕਿਉਂਕਿ ਸਭ ਤੋਂ ਪਹਿਲਾਂ 5 ਪਿਆਰੇ ਸਜੇ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਭਾਈ ਦਇਆ ਰਾਮ ਜੀ ਆਏ। ਸਤਿਗੁਰੂ ਜੀ ਭਾਈ ਦਇਆ ਰਾਮ ਜੀ ਨੂੰ ਸਟੇਜ ਦੇ ਪਿਛਲੇ ਪਾਸੇ ਜਿਹੜੀ ਇੱਕ ਤੰਬੂ ਬਣਿਆ ਹੋਇਆ ਉਸ ਤੰਬੂ ਦੇ ਵਿੱਚ ਲੈ ਗਏ। ਹੁਣ ਇੱਥੇ ਵੀ ਬੜਾ ਕੁਝ ਚੱਲਦਾ ਵੀ ਤੰਬੂ ਦੇ ਵਿੱਚ ਕੀ ਹੋਇਆ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਵਿਚਾਰ ਪੇਸ਼ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਦਾ ਸਿਰ ਕਲਮ ਕਰ ਦਿੱਤਾ, ਧੜ ਨਾਲੋਂ ਜੁਦਾ ਕਰ ਦਿੱਤਾ, ਵੱਖਰਾ ਕਰਤਾ। ਇਹ ਵਰਤਾਰਾ ਸਤਿਗੁਰੂ ਜੀ ਸਾਰਿਆਂ ਦੇ ਸਾਹਮਣੇ ਸਟੇਜ ਤੇ ਵੀ ਕਰ ਸਕਦੇ ਸੀ, ਪਰ ਸਤਿਗੁਰੂ ਮਹਾਰਾਜ ਜੀ ਨੇ ਤੰਬੂ ਲਗਵਾਇਆ, ਪਰਦੇ ਵਿੱਚ ਇਹ ਵਰਤਾਰਾ ਵਰਤਾਇਆ ਤੇ ਉਹਦਾ ਭਲਿਓ ਕੋਈ ਕਾਰਨ ਹੋਏਗਾ ਨਾ। ਜਿਸ ਪਰੰਪਰਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੰਬੂ ਲਗਾ ਕੇ ਪਰਦੇ ਅੰਦਰ ਕੀਤਾ, ਫਿਰ ਸਾਡੀ ਕੀ ਪਾਇਆ ਵੀ ਅਸੀਂ ਉਸ ਤੰਬੂ ਨੂੰ ਪਾੜ ਕੇ ਦੇਖੀਏ, ਆਪਣੀ ਵਿਦਵਤਾ ਦਿਖਾਈਏ ਵੀ ਉਸ ਤੰਬੂ ਨੂੰ ਪਾੜ ਕੇ ਦੇਖੀਏ ਵੀ ਤੰਬੂ ਦੇ ਵਿੱਚ ਕੀ ਹੋਇਆ। ਜਿਸ ਵਰਤਾਰੇ ਤੇ ਸਤਿਗੁਰੂ ਜੀ ਨੇ ਹੀ ਪਰਦਾ ਪਾ ਦਿੱਤਾ, ਭਲਿਓ ਫਿਰ ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਉਸ ਪਰਦੇ ਨੂੰ ਚੱਕ ਕੇ ਦੇਖੀਏ। ਸਾਨੂੰ ਤੇ ਬਸ ਇੰਨਾ ਪਤਾ ਹੈ, ਦੇਖਣ ਵਾਲਿਆਂ ਨੇ ਇਹ ਦੇਖਿਆ ਸਤਿਗੁਰੂ ਜੀ ਭਾਈ ਦਇਆ ਰਾਮ ਜੀ ਨੂੰ ਤੰਬੂ 'ਚ ਲੈ ਗਏ, ਤੰਬੂ ਦੇ ਅੰਦਰ ਕੀ ਹੋਇਆ ਸਾਨੂੰ ਇਸ ਦਾ ਨਹੀਂ ਪਤਾ। ਇੰਨਾ ਪਤਾ ਹੈ ਕਿ ਜਦੋਂ ਸਤਿਗੁਰੂ ਜੀ ਤੰਬੂ 'ਚੋਂ ਦੂਜੀ ਵਾਰ ਬਾਹਰ ਆਏ ਤੇ ਉਹਨਾਂ ਦੀ ਤਲਵਾਰ, ਉਹਨਾਂ ਦੀ ਸ਼ਮਸ਼ੀਰ ਲਹੂ ਦੇ ਨਾਲ ਲੱਥ-ਪੱਥ ਸੀ। ਲਹੂ ਭਿੱਜੀ ਤਲਵਾਰ ਲੈ ਕੇ ਦੂਸਰੀ ਵਾਰ ਫੇਰ ਸਤਿਗੁਰਾਂ ਜੀ ਨੇ ਉਹੀ ਬਚਨ ਕੀਤਾ ਵੀ ਸਾਡੀ ਤਲਵਾਰ ਹਜੇ ਵੀ ਪਿਆਸੀ ਹੈ, ਕੋਈ ਹੋਰ ਗੁਰੂ ਕਾ ਲਾਲ, ਗੁਰੂ ਕਾ ਸਿੱਖ ਉੱਠੇ ਜਿਹੜਾ ਸਾਨੂੰ ਆਪਣੀ ਸੀਸ ਭੇਂਟ ਕਰ ਦੇਵੇ। ਭਾਈ ਧਰਮ ਸਿੰਘ ਜੀ ਉੱਠ ਕੇ ਆਏ, ਸਤਿਗੁਰੂ ਜੀ ਫੇਰ ਤੰਬੂ 'ਚ ਲੈ ਗਏ, ਲਹੂ ਭੱਜੀ ਤਲਵਾਰ ਲੈ ਕੇ ਫੇਰ ਆ ਗਏ। ਇਸ ਤਰ੍ਹਾਂ ਵਰਤਾਰਾ ਵਰਤਿਆ, ਵਾਰ-ਵਾਰ 5 ਵਾਰ ਸਤਿਗੁਰਾਂ ਜੀ ਨੇ ਇਸ ਕ੍ਰਮ ਨੂੰ ਦੁਹਰਾਇਆ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ, ਫਿਰ ਧਰਮ ਸਿੰਘ, ਫਿਰ ਬਾਬਾ ਹਿੰਮਤ ਸਿੰਘ ਜੀ, ਫਿਰ ਭਾਈ ਮੋਹਕਮ ਸਿੰਘ ਜੀ ਤੇ ਫਿਰ ਸਾਹਿਬ ਸਿੰਘ ਜੀ। 5 ਪਿਆਰੇ ਵਾਰ-ਵਾਰ ਇਸੇ ਤਰ੍ਹਾਂ 5 ਸਿੱਖਾਂ ਨੇ ਆਪਣੇ ਸੀਸ ਭੇਂਟ ਕੀਤੇ। ਸਤਿਗੁਰੂ ਜੀ ਤੰਬੂ ਵਿੱਚ ਵਾਰ-ਵਾਰ ਸਭ ਨੂੰ ਲੈ ਕੇ ਜਾ ਰਹੇ ਤੇ ਲਹੂ ਭਿੱਜੀ ਤਲਵਾਰ ਲੈ ਕੇ ਬਾਹਰ ਆ ਰਹੇ। ਜਦੋਂ 5ਵੇਂ ਪਿਆਰੇ ਨੂੰ ਲੈ ਕੇ ਸਤਿਗੁਰੂ ਜੀ ਤੰਬੂ 'ਚ ਗਏ ਭਾਈ ਸਾਹਿਬ ਸਿੰਘ ਜੀ ਨੂੰ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਇੱਕ ਵੱਖਰਾ ਬਾਣਾ ਜਿਹੜਾ ਪਹਿਲਾਂ ਤੋਂ ਸਤਿਗੁਰੂ ਜੀ ਨੇ ਤਿਆਰ ਕਰਵਾਇਆ ਹੋਇਆ, ਜਿਹੜਾ ਅੱਜ ਨਿਹੰਗ ਸਿੰਘ ਪਾਉਂਦੇ ਆ। ਮੁਆਫ ਕਰਨਾ, ਬਹੁਤ ਸਾਰੀਆਂ ਸੰਪਰਦਾਵਾਂ ਬਣ ਗਈਆਂ ਸਿੱਖ ਸਮਾਜ ਦੇ ਅੰਦਰ, ਬਹੁਤ ਸਾਰੀਆਂ ਟਕਸਾਲਾਂ ਹੋਂਦ 'ਚ ਆ ਗਈਆਂ, ਬਹੁਤ ਸਾਰੀਆਂ ਸ਼੍ਰੇਣੀਆਂ ਹੋਂਦ 'ਚ ਆ ਗਈਆਂ, ਜਿਸ ਕਰਕੇ ਸਿੱਖ ਵਿਚਾਰਧਾਰਾ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕਿੰਨੀਆਂ ਸ਼੍ਰੇਣੀਆਂ 'ਚ ਵੰਡੀ ਬੈਠੇ ਆ। ਪਰ ਜਿਹੜਾ ਲਿਬਾਸ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਨਾ ਅੱਜ ਦੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੀਸ ਭੇਂਟ ਕਰਨ ਤੋਂ ਬਾਅਦ ਜਿਹੜਾ ਸਾਨੂੰ ਲਿਬਾਸ ਮਿਲਿਆ ਉਹ ਆ ਜਿਹੜਾ ਨਿਹੰਗ ਸਿੰਘ ਪਾਉਂਦੇ ਆ, ਜਿਹਨੂੰ ਅਸੀਂ ਪੇਟੀ ਵਾਲਾ ਚੋਲਾ ਕਹਿ ਦਿੰਦੇ ਆ। ਇਹ ਸਾਡਾ ਜੰਗੀ ਬਾਣਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਬਹੁਤ ਸਾਰੀਆਂ ਟਕਸਾਲਾਂ ਨੇ ਆਪਣੇ ਆਪਣੇ ਲਿਬਾਸ ਬਣਾ ਲਏ ਆ ਜਿਨ੍ਹਾਂ ਨੂੰ ਉਹ ਵੀ ਚੋਲੇ ਕਹਿੰਦੇ ਆ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਵਾਲੇ ਚੋਲੇ, ਉਹ ਵਾਲੇ ਬਾਣੇ ਬਖਸ਼ਿਸ਼ ਨਹੀਂ ਕੀਤੇ। ਸਾਨੂੰ ਜਿਹੜਾ ਬਾਣਾ ਬਖਸ਼ਿਸ਼ ਕੀਤਾ ਉਹ ਆ ਜਿਹੜੀਆਂ ਨਿਹੰਗ ਸਿੰਘ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਕੋਈ ਇੱਕ ਨਹੀਂ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜਾ ਬਾਣਾ ਧਾਰਨ ਕਰਦੀਆਂ, ਉਹ ਵਾਲਾ ਬਾਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਖਾਲਸੇ ਨੂੰ ਬਖਸ਼ਿਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸਰਬਲੋ ਦਾ ਬਾਟਾ ਜਦੋਂ ਉਹਨਾਂ ਨੂੰ 5 ਨੂੰ ਕੇਸਰੀ ਬਾਣੇ ਪਵਾ ਦਿੱਤੇ, ਸਿਰਾਂ ਦੇ ਉੱਤੇ ਦਮਾਲੇ ਸਜਾ ਦਿੱਤੇ, ਇੱਕ ਨਵੀਂ ਜ਼ਿੰਦਗੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨੂੰ ਬਖਸ਼ਿਸ਼ ਕਰਨ ਲੱਗੇ ਆ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਦਾ ਇੱਕ ਬਾਟਾ ਤਿਆਰ ਕੀਤਾ। ਸਟੇਜ ਦੇ ਉੱਪਰ ਆਣ ਕੇ 5 ਸਿੱਖ ਉਸ ਬਾਟੇ ਦੇ ਦੁਆਲੇ ਬੈਠੇ ਨੇ, ਸਤਿਗੁਰੂ ਜੀ ਬੈਠੇ ਨੇ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਮਾਤਾ ਸਾਹਿਬ ਕੌਰ ਜੀ ਨੇ ਉਸ ਦੇ ਵਿੱਚ, ਜੋ ਸਾਡੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਪਤਾਸੇ ਪਾਉਣ ਦੀ ਸੇਵਾ ਕੀਤੀ, ਭਾਵ ਉਸ ਜਾਲ ਦੇ ਅੰਦਰ ਜਿਹੜਾ ਖੰਡੇ ਦੀ ਨੋਕ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਅੰਮ੍ਰਿਤ ਤੇ ਬਾਟਾ ਤਿਆਰ ਹੋ ਰਿਹਾ ਉਹਦੇ ਵਿੱਚ ਮਿੱਠੇ ਦਾ ਜਿਹੜਾ ਉਹ
ਪਾਉਣਾ ਉਹ ਮਾਤਾ ਸਾਹਿਬ ਕੌਰ ਜੀ ਨੇ ਪਾਇਆ, ਜਿਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਕਿ ਜਿਹੜਾ ਖਾਲਸਾ ਸਾਜਿਆ ਉਹ ਮਾਤਾ ਸਾਹਿਬ ਕੌਰ ਦੀ ਝੋਲੀ ਪਾਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ ਵੀ ਜਦੋਂ ਪੰਜਾਂ ਨੂੰ ਉਹਨਾਂ ਦੇ ਕੇਸਾਂ ਵਿੱਚ 5-5 ਸਿੱਟੇ ਮਾਰੇ ਗਏ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੂੰ ਪ੍ਰਕਿਰਿਆ ਦਾ ਪਤਾ ਹੈ। ਫਿਰ ਉਹਨਾਂ ਨੂੰ ਇਹ ਸਿਧਾਂਤ ਬਖਸ਼ਿਸ਼ ਕੀਤਾ, 5 ਵਾਰੀ ਅੱਖਾਂ ਦੇ ਵਿੱਚ, 5 ਵਾਰੀ ਸਿਰ 'ਚ ਤੇ 5 ਵਾਰੀ ਛਕਣ ਵਾਸਤੇ ਦਿੱਤਾ। ਇਹ ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ ਹੋਇਆ, ਜਿਸ ਦੇ ਅੰਦਰ, ਕਿਉਂਕਿ ਮੈਡੀਕਲ ਸਾਇੰਸ ਵੀ ਹੁਣ ਇਸ ਗੱਲ ਨੂੰ ਮੰਨਦੀ ਹੈ, ਜਦੋਂ ਸਰਬਲੋਹ ਨੂੰ ਸਰਬਲੋਹ ਦੀ ਹੀ ਕਿਸੇ ਚੀਜ਼ ਦੇ ਨਾਲ ਰਗੜਿਆ ਜਾਂਦਾ ਤੇ ਉਸ ਰਗੜ ਦੇ ਨਾਲ ਇੱਕ ਅਜਿਹਾ ਕੰਪਨ ਪੈਦਾ ਹੁੰਦਾ, ਇੱਕ ਅਜਿਹੀ ਧੁਨੀ ਪੈਦਾ ਹੁੰਦੀ ਹੈ ਜਿਹੜੀ ਬਾਹਰਲੀ ਆਵਾਜ਼ ਨੂੰ ਆਪਣੇ ਅੰਦਰ ਸਮੇਟ ਲੈਂਦੀ ਹੈ। ਜਿਹੜਾ ਵੀ ਕੁਛ ਬਾਹਰ ਬੋਲਿਆ ਜਾ ਰਿਹਾ ਨਾ, ਉਸ ਬੋਲੇ ਜਾਣ ਵਾਲੇ ਸ਼ਬਦ ਨੂੰ ਆਪਣੇ ਅੰਦਰ ਸਮਾ ਲੈਂਦੀ ਹੈ। ਤੇ ਜਦੋਂ ਸਰਬਲੋਹ ਦੇ ਬਾਟੇ ਵਿੱਚ ਸਰਬਲੋਹ ਦੇ ਖੰਡੇ ਨੂੰ ਰਗੜਿਆ ਜਾਂਦਾ ਤੇ ਉਹ ਜਿਹੜੀ ਰਗੜ ਜਦੋਂ ਪੈਦਾ ਹੁੰਦੀ ਤੇ ਫਿਰ ਜਿਹੜੇ ਵਾਰੀ-ਵਾਰੀ 5 ਪਿਆਰੇ 5 ਬਾਣੀਆਂ ਦਾ ਜਾਪ ਕਰਦੇ ਹਨ, ਉਹ 5 ਬਾਣੀਆਂ ਉਸ ਬਾਟੇ ਦੇ ਅੰਦਰ ਪਏ ਹੋਏ ਪਦਾਰਥ ਦੇ ਅੰਦਰ ਸਮਾ ਜਾਂਦੀ ਹੈ। ਭਾਵ ਉਹ ਫਿਰ ਆਮ ਜਲ, ਆਮ ਪਾਣੀ ਨਹੀਂ ਰਹਿ ਜਾਂਦਾ, ਉਹ ਫਿਰ ਅੰਮ੍ਰਿਤ ਬਣ ਜਾਂਦਾ ਜਿਹਦੇ ਅੰਦਰ ਬਾਣੀ ਸਮਾਈ ਹੋਈ ਹੈ। ਤੇ ਉਹ ਫਿਰ ਸਾਡੇ ਸਾਰੀ ਮੈਲ ਨੂੰ ਇੱਕ ਵਾਰ ਖਤਮ ਕਰ ਦਿੰਦਾ। ਫਿਰ ਕਿੰਨੇ ਦਿਨਾਂ ਤੱਕ ਉਸ ਬਾਣੀ ਦਾ, ਉਸ ਛਕੇ ਹੋਏ ਅੰਮ੍ਰਿਤ ਦਾ ਅਸਰ ਰਹਿੰਦਾ, ਜਿਨ੍ਹਾਂ ਨੂੰ ਪਤਾ ਹੈ। ਤੇ ਫਿਰ ਉਸ ਤੋਂ ਬਾਅਦ ਜੇ ਅਸੀਂ ਉਸ ਅਭਿਆਸ ਨੂੰ, ਉਸ ਬਾਣੀ ਨੂੰ ਲਗਾਤਾਰ ਅਭਿਆਸ 'ਚ ਨਹੀਂ ਲੈ ਕੇ ਆਉਂਦੇ, ਨਿਤਨੇਮ ਨਹੀਂ ਕਰਦੇ, ਵਾਹਿਗੁਰੂ, ਜਿਹੜੇ ਨਹੀਂ ਪੜ੍ਹੇ ਲਿਖੇ ਉਹ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਨਹੀਂ ਕਰਦੇ, ਫਿਰ ਉਹਨਾਂ ਦੇ ਅੰਦਰ ਉਹ ਲੜੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਸਵਾਦ, ਫਿਰ ਅੰਮ੍ਰਿਤਧਾਰੀ ਬੰਦੇ ਇਹ ਗੱਲਾਂ ਕਹਿੰਦੇ ਸੁਣੇ ਵੀ ਹੁਣ ਉਹ ਵਾਲੀ ਗੱਲ ਨਹੀਂ ਰਹੀ, ਕਿਉਂਕਿ ਸਾਡੀ ਜ਼ਿੰਦਗੀ 'ਚ ਗੁਰਬਾਣੀ ਦਾ ਅਭਿਆਸ ਨਹੀਂ ਰਿਹਾ। ਇੱਕ ਵਾਰੀ ਬਾਣੀ ਪਾਤੀ, ਉਸ ਬਾਣੀ ਨੂੰ ਹੁਣ ਬਰਕਰਾਰ ਤੇ ਅਸੀਂ ਰੱਖਣਾ ਸੀ ਨਾ, ਨਿਤਨੇਮ ਕਰਕੇ, ਬਾਣੀ ਪੜ੍ਹ ਕੇ, ਸਿਮਰਨ ਕਰਕੇ। ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਨਿਤਨੇਮ ਨਹੀਂ ਕਰਦੇ, ਫਿਰ ਉਸ ਵੇਲੇ ਉਹ ਲੜੀ ਟੁੱਟ ਜਾਂਦੀ ਹੈ। ਫਿਰ ਵਕਾਰ ਫਿਰ ਉਸੇ ਤਰ੍ਹਾਂ ਆ ਜਾਂਦੇ ਆ। ਫਿਰ ਮਨੁੱਖ ਉਸੇ ਤਰ੍ਹਾਂ ਆਪਣੇ ਉਹਨਾਂ ਹੀ ਕੰਮਾਂ ਕਾਰਾਂ ਵਿੱਚ ਉਲਝ ਜਾਂਦਾ ਜਿਨ੍ਹਾਂ ਵਿੱਚੋਂ ਨਿਕਲ ਕੇ ਗੁਰੂ ਦੇ ਲੜ ਲੱਗਿਆ ਸੀ। ਫਿਰ ਉਹਨੂੰ ਭੁੱਲ ਜਾਂਦਾ, ਫਿਰ ਉਹ ਉੱਥੇ ਹੀ ਤੁਰਿਆ ਫਿਰਦਾ ਜਿੱਥੋਂ ਨਿਕਲ ਕੇ ਆਇਆ ਸੀ। ਸਤਿਗੁਰੂ ਜੀ ਬਖਸ਼ਿਸ਼ ਕਰਨ ਪੰਜਾਂ ਨੂੰ ਇਸ ਤਰ੍ਹਾਂ। ਜਦੋਂ ਅੰਮ੍ਰਿਤ ਦੀ ਦਾਤ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਿਉਂਕਿ ਅੱਜ ਤੋਂ ਪਹਿਲਾਂ ਜਿਹੜਾ ਵਿਧਾਨ ਸੀ ਉਹ ਇਹ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਸ ਤਰ੍ਹਾਂ ਸਿੱਖ ਸੇਵਾ ਕਰਦਾ ਸੀ, ਚੇਲਾ ਸੇਵਾ ਕਰਦਾ ਸੀ, ਉਹ ਗੁਰੂ ਦੀ ਉਪਾਧੀ 'ਤੇ ਚਲਾ ਜਾਂਦਾ ਸੀ, ਗੁਰੂ ਦਾ ਰੂਪ ਹੋ ਜਾਂਦਾ ਸੀ। ਇਹ ਮਾਣ ਵੀ ਸਾਨੂੰ ਜਿਹੜਾ ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਹੋਰ ਕਿਸੇ ਨੇ ਬਖਸ਼ਿਸ਼ ਨਹੀਂ ਕੀਤਾ। ਬੇਅੰਤ ਵਾਰ ਆਪਾਂ ਇਹ ਵਿਚਾਰ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਭਾਈ ਲਹਿਣੇ ਨੇ ਤੇ ਗੁਰੂ ਦਾ ਰੂਪ ਹੋ ਗਏ ਤੇ ਅੰਗਦ ਬਣ ਗਏ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਬਾਬਾ ਅਮਰਦਾਸ ਜੀ ਨੇ, ਬਖਸ਼ਿਸ਼ ਹੋਈ, ਗੁਰੂ ਅਮਰਦਾਸ ਜੀ ਬਣ ਗਏ। ਪਰ ਅੱਜ ਇੱਕ ਵਰਤਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਰ ਵਰਤਾਉਣ ਲੱਗੇ ਆ, ਕਿਉਂਕਿ ਇੱਕ ਸਰੀਰ ਜਿਹੜਾ ਗੁਰੂ ਸਾਹਿਬ ਜੀ ਜੋਤ ਪਹਿਲਾਂ ਸਰੀਰ ਵਿੱਚ ਸੀ, ਉਹ ਦੂਸਰੇ ਸਰੀਰ ਵਿੱਚ ਜਾਣ ਤੋਂ ਬਾਅਦ ਉਹ ਵਾਲਾ ਸਰੀਰ ਨਾਸ਼ ਹੋ ਜਾਂਦਾ ਸੀ। ਪਰ ਅੱਜ ਇੱਕ ਸਤਿਗੁਰੂ ਜੀ ਹੋਰ ਬਖਸ਼ਿਸ਼ ਕਰਨ ਲੱਗੇ ਆ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਰੂਪੀ ਗੱਦੀ ਨੂੰ ਖਤਮ ਕੀਤਾ, ਸ਼ਬਦ ਦੇ ਲੜ ਲਾਇਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪ੍ਰਧਾਨੀ ਸਿਸਟਮ ਸਮਾਜ ਦੇ ਅੰਦਰ ਨਵਾਂ ਸ਼ੁਰੂ ਕੀਤਾ। ਤੇ ਇੱਕ ਪਰੰਪਰਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਬਖਸ਼ਿਸ਼ ਕੀਤੀ, ਜਿਹਦੀਆਂ ਉਦਾਹਰਨਾਂ ਸਿੱਖ ਇਤਿਹਾਸ ਦੇ ਅੰਦਰ 2-3 ਵਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਪੂਰਾ ਕਰਕੇ ਵੀ ਦੱਸਿਆ। ਜਦੋਂ ਪੰਜਾਂ ਨੂੰ ਅੰਮ੍ਰਿਤ ਛਕਾਤਾ, ਫਿਰ ਸਤਿਗੁਰੂ ਜੀ ਪੰਜਾਂ ਦੇ ਸਮਕਸ਼ ਗੁਰੂ ਵਾਲੀ ਉਪਾਧੀ ਤੋਂ ਉੱਠ ਕੇ ਇੱਕ ਚੇਲੇ ਵਾਲੀ ਥਾਂ ਤੇ ਜਾ ਕੇ ਖਲੋ ਗਏ। ਹੋਵੇ ਗੁਰੂ ਤੇ ਚੇਲਿਆਂ ਤਰ੍ਹਾਂ ਫਿਰ ਪੰਜਾਂ ਨੂੰ ਬੇਨਤੀ ਕੀਤੀ ਵੀ ਹੁਣ ਤੁਸੀਂ ਪਰਮੇਸ਼ਰ ਦਾ ਰੂਪ ਹੋ ਗਏ ਹੋ, ਤੁਸੀਂ ਆਪਣਾ ਆਪਾ ਗੁਰੂ ਤੋਂ ਕੁਰਬਾਨ ਕਰ ਦਿੱਤਾ ਤੇ ਤੁਸੀਂ ਬਖਸ਼ਿਸ਼ ਕਰੋ। ਆਪ ਤਾਂ ਤੁਸੀਂ ਹੁਣ ਅਮਰ ਹੋਏ ਹੀ ਹੋ, ਤੇ ਸਾਡੇ ਉੱਤੇ ਵੀ ਬਖਸ਼ਿਸ਼ ਕਰੋ ਵੀ ਸਾਨੂੰ ਵੀ ਸਿੰਘ ਬਣਾਓ, ਸਾਨੂੰ ਵੀ ਅੰਮ੍ਰਿਤ ਦੀ ਦਾਤ ਦਿਓ। ਤੇ ਫਿਰ ਕਹਿੰਦੇ ਇਤਿਹਾਸਕ ਗ੍ਰੰਥਾਂ ਦੇ ਅੰਦਰ ਇਹ ਜ਼ਿਕਰ ਆਉਂਦਾ ਵੀ ਪੰਜ ਪਿਆਰਿਆਂ ਵਿੱਚ ਫਿਰ ਬੇਨਤੀ ਕੀਤੀ ਵੀ ਸਤਿਗੁਰੂ ਜੀ ਵੀ ਅਸੀਂ ਤਾਂ ਇਸ ਉਪਾਧੀ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਸਿਰ ਕਟਵਾਏ ਆ, ਸਿਰ ਦਿੱਤੇ ਆ, ਤੇ ਤੁਸੀਂ ਹੁਣ ਜੇ ਸਿੰਘ ਬਣਨਾ ਤੇ ਤੁਸੀਂ ਫਿਰ ਖਾਲਸੇ ਦੇ ਸਮਕਸ਼ ਕੀ ਭੇਂਟ ਕਰੋਗੇ। ਫਿਰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਕੁਝ ਕੁ ਸਾਲ ਪਹਿਲਾਂ ਮੈਂ ਆਪਣਾ ਪਿਤਾ
ਮਨੁੱਖੀ ਅਧਿਕਾਰਾਂ ਦੀ ਖਾਤਰ, ਤੁਹਾਡੇ ਸਾਰਿਆਂ ਦੀ ਖਾਤਰ, ਤੁਹਾਨੂੰ ਇਸ ਸਮਾਜ ਦੇ ਅੰਦਰ ਬਰਾਬਰ ਦਾ ਰੁਤਬਾ ਦਿਵਾਉਣ ਦੀ ਖਾਤਰ ਕੁਝ ਕੁ ਸਾਲ ਪਹਿਲਾਂ ਮੈਂ ਆਪਣਾ ਪਿਤਾ ਕੁਰਬਾਨ ਕਰ ਚੁੱਕਿਆ। ਪਰ ਹਾਂ, ਰਹਿੰਦੇ ਸਮੇਂ ਦੇ ਅੰਦਰ ਜਦੋਂ ਵੀ ਖਾਲਸੇ ਨੂੰ ਕੋਈ ਲੋੜ ਪਈ, ਸਿੱਖ ਧਰਮ ਦੇ ਉੱਤੇ, ਖਾਲਸੇ ਦੇ ਉੱਤੇ ਭੀੜ ਪਈ, ਮੈਂ ਆਪਣਾ ਆਪਾ ਤੇ ਆਪਣੇ ਪਰਿਵਾਰ ਨੂੰ ਵੀ ਕੁਰਬਾਨ ਕਰਨ ਤੋਂ ਕਦੇ ਪਿੱਛੇ ਨਹੀਂ ਹਟਾਂਗਾ। ਖਾਲਸਾ ਜੀ, ਪੰਜਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਵੀ ਫਿਰ ਅੰਮ੍ਰਿਤ ਦੀ ਦਾਤ ਦੇ ਕੇ ਸਿੰਘ ਬਣਾਇਆ। ਉਸ ਤੋਂ ਬਾਅਦ ਫਿਰ ਪੰਜ ਮੁਕਤੇ, ਜਿਹੜੇ ਭਾਵ ਪੰਜਾਂ ਪਿਆਰਿਆਂ ਤੋਂ ਬਾਅਦ ਪੰਜਾਂ ਸਿੰਘਾਂ ਦੇ ਹੋਰ ਜਥੇ ਨੇ ਅੰਮ੍ਰਿਤ ਛਕਿਆ, ਉਹਨਾਂ ਨੂੰ ਪੰਜ ਮੁਕਤੇ ਕਿਹਾ ਜਾਂਦਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਦੇ ਜੀ, ਫਿਰ ਬੇਅੰਤ ਸਿੱਖਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ। ਤੇ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਅੱਜ ਤੁਸੀਂ ਵੇਖਦੇ ਹੋ ਪਹਿਨਾ ਹੋਇਆ, ਇਹ ਬਾਣਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਦਿਨ ਸਾਨੂੰ ਬਖਸ਼ਿਸ਼ ਕੀਤਾ ਤੇ ਸਮਾਜ ਦੇ ਅੰਦਰ ਇੱਕ ਨਿਵੇਕਲੀ ਪਹਿਚਾਣ ਸਾਨੂੰ ਦਿੱਤੀ। ਤੇ ਉਸ ਵੇਲੇ ਜਿਹੜਾ ਪਹਿਲਾਂ ਗੁਰੂ ਤੇ ਚੇਲੇ ਦੇ ਸੰਦਰਭ ਦੇ ਅੰਦਰ ਕੇਵਲ ਚੇਲਾ ਗੁਰੂ ਬਣਦਾ ਸੀ, ਅੱਜ ਗੁਰੂ ਖੁਦ ਚੇਲਾ ਬਣ ਗਿਆ ਸਿੱਖ ਧਰਮ ਦਾ। ਤੇ ਚੇਲਾ ਬਣ ਕੇ ਫਿਰ ਦੋ ਵਾਰ ਇਤਿਹਾਸ ਦੇ ਅੰਦਰ ਸਾਡੇ ਦੇ ਅੰਦਰ ਇਹ ਜ਼ਿਕਰ ਆਉਂਦਾ ਕਿ ਚਮਕੌਰ ਦੀ ਗੜੀ ਦੇ ਅੰਦਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅਗਲੇ ਦਿਨ ਖੁਦ ਯੁੱਧ ਕਰਨ ਵਾਸਤੇ ਆਪਣੀ ਪੇਸ਼ਕਸ਼ ਕਰਦੇ ਆ ਵੀ ਕੱਲ੍ਹ ਨੂੰ ਅਸੀਂ ਖੁਦ ਯੁੱਧ ਲੜਾਂਗੇ, ਜੰਗ ਲੜਾਂਗੇ, ਤੇ ਪੰਜ ਪਿਆਰਿਆਂ ਨੇ ਤਿਆਰ ਬਰ ਤਿਆਰ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹੁਕਮ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਹੁਕਮ ਉਸ ਵੇਲੇ ਉੱਥੇ ਮੰਨਿਆ। ਤੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਮਦਮਾ ਸਾਹਿਬ ਆ ਕੇ ਬਿਰਾਜਮਾਨ ਹੋਏ ਤੇ ਆਨੰਦਪੁਰ ਸਾਹਿਬ ਤੋਂ ਬਾਅਦ ਵਿਸਾਖੀ ਦਾ ਦਿਹਾੜਾ ਜਿਹੜਾ ਜਾਹੋ ਜਲਾਲ ਦੇ ਨਾਲ ਜ਼ਿਕਰ ਮਨਾਇਆ ਸਤਿਗੁਰੂ ਜੀ ਨੇ, ਤੇ ਫਿਰ ਦਮਦਮਾ ਸਾਹਿਬ ਆ ਕੇ ਮਨਾਇਆ, ਜਿਸ ਕਰਕੇ ਨਿਹੰਗ ਸਿੰਘਾਂ ਦਾ ਜਿਹੜਾ ਮੁਹੱਲਾ ਉਹ ਜਿਹੜਾ ਕੱਲ੍ਹ ਦੇ ਦਿਨ ਵੀ ਨਿਕਲਣਾ ਉਹ ਫਿਰ ਦਮਦਮਾ ਸਾਹਿਬ ਮਨਾਇਆ ਜਾਂਦਾ। ਬਹੁਤ ਵੱਡੀ ਗਿਣਤੀ 'ਚ ਉਸ ਵੇਲੇ ਵੀ ਸਿੱਖ ਫਿਰ ਦਮਦਮਾ ਸਾਹਿਬ ਇਕੱਠੇ ਹੋਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਸਾਖੀ ਦਾ ਦਿਹਾੜਾ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਜਿਹੜਾ ਮਨਾਇਆ ਉਹ ਦਮਦਮਾ ਸਾਹਿਬ ਮਨਾਇਆ, ਜਿਸ ਕਰਕੇ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਇਹ ਦਮਦਮਾ ਸਾਹਿਬ ਮਨਾਇਆ ਜਾਂਦਾ। ਨਹੀਂ ਤੇ ਇਹ ਦਿਹਾੜਾ ਕੇਸਗੜ੍ਹ ਸਾਹਿਬ ਵੀ ਮਨਾਇਆ ਜਾ ਸਕਦਾ, ਕਿਉਂਕਿ ਸਾਡਾ ਜਨਮ ਵਿਸਾਖੀ ਵਾਲੇ ਦਿਨ ਖਾਲਸੇ ਦਾ ਕੇਸਗੜ੍ਹ ਸਾਹਿਬ ਹੀ ਹੋਇਆ ਨਾ। ਤੇ ਜਦੋਂ ਜਨਮ ਹੋਇਆ ਖਾਲਸੇ ਦਾ, ਉਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਵੀ ਸਤਿਗੁਰ ਕੇ ਜਨਮੇ ਗਮਨ ਮਟਾਇਆ। ਤੇ ਜਿਹੜਾ ਅੰਮ੍ਰਿਤਧਾਰੀ ਹੋ ਜਾਂਦਾ ਫਿਰ ਉਹਦਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਣ ਜਾਂਦੇ ਆ। ਮਾਤਾ ਸਾਹਿਬ ਕੌਰ ਜੀ ਵਾਸੀ ਆਨੰਦਪੁਰ ਸਾਹਿਬ ਦੇ, ਨਾਨਕੇ ਸਾਡੇ ਗੁਰੂ ਕੇ ਲਾਹੌਰ, ਤੇ ਤਖਤ ਜਿਹੜਾ ਜਨਮ ਹੈ ਸਾਡਾ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਹੋ ਜਾਂਦਾ। ਫਿਰ ਸਮਾਜਿਕ ਸਿਸਟਮ ਨਾਲੋਂ ਅਸੀਂ ਪਰਾਂ ਹੋ ਜਾਂਦੇ ਹਾਂ ਤੇ ਜਿਹੜੇ ਉਸ ਬਖਸ਼ਿਸ਼ ਨੂੰ ਬਰਕਰਾਰ ਰੱਖਦੇ ਉਹਨਾਂ ਉੱਤੇ ਬਖਸ਼ਿਸ਼ ਰਹਿੰਦੀ ਹੈ, ਬਾਕੀਆਂ ਦਾ ਫਿਰ ਨੇਮ ਟੁੱਟ ਜਾਂਦਾ, ਫਿਰ ਉਹ ਸਮਾਜ ਦੇ ਅੰਦਰ ਗਲਤਾਨ ਹੋ ਜਾਂਦੇ ਆ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇਹ ਵਿਸਾਖੀ ਦਾ ਦਿਹਾੜਾ ਸਾਡਾ ਮਨਾਇਆ ਤਾਂ ਹੀ ਸਫਲ ਹੈ। ਅੱਜ ਦੇ ਦਿਨ ਵੀ ਬਹੁਤ ਸਿੱਖਾਂ ਨੇ ਖੰਡੇ ਬਾਟੇ ਦੀ ਪੌਲ ਅਲੱਗ-ਅਲੱਗ ਥਾਵਾਂ ਤੋਂ ਜਾ ਕੇ ਪ੍ਰਾਪਤ ਕਰੋਗੇ, ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਬਖਸ਼ਿਸ਼ ਦਿੱਤੀ, ਇਹ ਬਾਣਾ, ਇਹ ਸ਼ਸਤਰ ਵਸਤਰ ਸਾਡੀ ਨਿਵੇਕਲੀ ਪਹਿਚਾਣ ਵਾਸਤੇ ਹੈ। ਤੇ ਜੇ ਅਸੀਂ ਵੀ ਸਮਾਜਿਕ ਸਿਸਟਮ ਦੇ ਅੰਦਰ ਆਪਦੀ ਨਿਵੇਕਲੀ ਪਹਿਚਾਣ ਨੂੰ ਬਰਕਰਾਰ ਹੀ ਨਾ ਰੱਖ ਸਕੇ ਤੇ ਫਿਰ ਸਾਡਾ ਇਹ ਮਨਾਇਆ ਹੋਇਆ ਦਿਹਾੜਾ ਅਸਫਲ ਹੈ। ਅਸੀਂ ਆਪਦੀ ਨਿਵੇਕਲੀ ਪਹਿਚਾਣ ਨੂੰ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਪੰਜ ਕਕਾਰੀ ਬਾਣਾ ਦਿੱਤਾ, ਵੀ ਘੱਟੋ ਘੱਟ ਅਸੀਂ ਠੀਕ ਹੈ ਸਾਡੇ ਸਮਾਜਿਕ ਸਿਸਟਮ ਦੇ ਵਿੱਚ ਵਿਚਰਦੇ ਹਾਂ, ਸਾਡੇ ਕੁਝ ਕੁ ਅੱਜ ਦੇ ਟਾਈਮ ਦੇ ਅਨੁਸਾਰ ਬਹੁਤ ਕੁਝ ਅਸੀਂ ਚੇਂਜ ਕਰ ਲਿਆ, ਆਪਦੇ ਫੀਲਡ ਦੇ ਹਿਸਾਬ ਨਾਲ ਅਸੀਂ ਕੱਪੜੇ ਪਾਉਣੇ ਆ, ਪਰ ਘੱਟੋ ਘੱਟ ਜਿਹੜੀ ਸਾਨੂੰ ਸ੍ਰੀ ਸਾਹਿਬ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਉਹ ਤਾਂ ਅਸੀਂ ਆਪਦੀ ਘੱਟੋ ਘੱਟ ਉੱਪਰ ਦੀ ਪਾ ਕੇ ਆਪਦੀ ਜਿਹੜੀ ਨਿਵੇਕਲੀ ਪਹਿਚਾਣ ਹੈ ਉਹ ਸਮਾਜ ਨੂੰ ਦੱਸ ਸਕੀਏ ਕਿ ਹਾਂ ਅਸੀਂ ਗੁਰੂ ਕੇ ਹਾਂ। ਕਿਉਂਕਿ ਦੇਖੋ ਹੈ ਅਸੀਂ ਸਾਰੇ, ਕਿਉਂਕਿ ਹਉ ਕੂਕਰ ਤੇਰੇ ਦਰਬਾਰ, ਅਸੀਂ ਮਾਲਕ ਦੇ ਦਰ ਦੇ ਕੁੱਤੇ ਹਾਂ ਜਿਹੜੇ ਵਫਾਦਾਰ ਹੁੰਦੇ ਆ। ਤੇ ਵਫਾਦਾਰ ਜਾਂ ਮਾਲਕ ਦੇ ਕੁੱਤੇ ਉਹੀ ਹੁੰਦੇ ਆ, ਉਹਨਾਂ ਦੀ ਪਹਿਚਾਣ ਉਹੀ ਹੁੰਦੀ ਜਿਨ੍ਹਾਂ ਦੇ ਗਲ 'ਚ ਪਟਾ ਪਾਇਆ ਹੋਵੇ। ਜਿਨ੍ਹਾਂ ਦੇ ਗਲਾਂ 'ਚ ਪਟੇ ਨਹੀਂ ਪਾਏ ਹੁੰਦੇ, ਗਲੀਆਂ ਦੇ ਵਿੱਚ ਬਹੁਤ ਸਾਰੇ ਅਵਾਰਾ ਵੀ ਫਿਰਦੇ ਆ, ਪਰ ਪਹਿਚਾਣ ਉਹਨਾਂ ਦੀ ਹੈ ਵੀ ਹਾਂ ਇਹ ਕਿਸੇ ਦਾ ਰੱਖਿਆ ਹੋਇਆ, ਜਿਹਦੇ ਗਲ ਦੇ ਵਿੱਚ ਕੋਈ ਨਿਸ਼ਾਨੀ ਪਾਈ ਹੈ ਤੇ ਜਿਹਦੇ ਗਾਤਰਾ ਪਾਇਆ ਉੱਤੋਂ ਦੀ ਸੋਹਣਾ, ਉਹਦੀ ਇਹ ਪਹਿਚਾਣ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਸਿੱਖ ਹੈ। ਤਾਂ ਹੀ ਉਹ ਲੱਖਾਂ ਵਿੱਚ ਖੜਾ ਪਹਿਚਾਣਿਆ ਜਾਏਗਾ।
ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਇਸ ਗੱਲ ਦੀ ਸੋਝੀ ਆਵੇ ਤੇ ਅਸੀਂ ਆਪਦੇ ਆਪ ਨੂੰ ਜਿਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਇਹ ਬਾਣਾ ਬਖਸ਼ਿਸ਼ ਕੀਤਾ, ਇਹ ਸਾਜ਼ਵਾਜ ਬਖਸ਼ਿਸ਼ ਕੀਤੇ ਤੇ ਇਹਨਾਂ ਨੂੰ ਬਰਕਰਾਰ ਰੱਖਣ ਵਾਸਤੇ, ਇਹਨਾਂ ਦੀ ਨਿਵੇਕਲੀ ਪਹਿਚਾਣ ਰੱਖਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਆਪਾ ਕੁਰਬਾਨ ਕਰਤਾ, ਆਪਣੇ ਪਰਿਵਾਰ ਦੇ ਜੀਅ ਕੁਰਬਾਨ ਕਰ ਦਿੱਤੇ। ਅਸੀਂ ਵੀ ਇਸ ਨਿਵੇਕਲੀ ਪਹਿਚਾਣ ਨੂੰ ਬਰਕਰਾਰ ਰੱਖੀਏ। ਸਤਿਗੁਰੂ ਜੀ ਬਖਸ਼ਿਸ਼ ਕਰਨ, ਕਿਉਂਕਿ ਇਹ ਜਿਹੜਾ ਬਾਣਾ ਇਹ ਸਮਾਜ ਦੇ ਅੰਦਰ ਰਾਜੇ ਮਹਾਰਾਜਿਆਂ ਤੋਂ ਘੱਟ ਨਹੀਂ। ਭਾਈ ਸਾਹਿਬ ਦੀ ਰਸਨਾ ਤੋਂ ਤੁਸੀਂ ਬਹੁਤ ਵਾਰ ਇਹ ਵਰਤਾਂਤ ਸ਼ਰਵਣ ਕੀਤਾ ਕਿ ਜਦੋਂ ਇੱਕ ਅੰਗਰੇਜ਼ ਅਫਸਰ ਨੇ ਘੋੜੇ ਉੱਤੇ ਚੜ੍ਹੇ, ਤਿਆਰ ਬਰ ਤਿਆਰ ਨਿਹੰਗ ਸਿੰਘ ਨੂੰ ਦੇਖਿਆ ਤੇ ਉਹਨੇ ਆਪਣੇ ਨੌਕਰ ਨੂੰ ਪੁੱਛਿਆ ਵੀ ਇਹ ਕਿਹੜੇ ਰਿਆਸਤ ਦਾ, ਕਿਹੜੇ ਜਗ੍ਹਾ ਦਾ ਰਾਜਾ ਹੈ? ਉਹ ਕਹਿੰਦਾ ਨਹੀਂ ਜੀ, ਇਹ ਰਾਜੇ ਨਹੀਂ ਹੁੰਦੇ, ਇਹ ਤਾਂ ਗੁਰੂ ਕੇ ਸਿੱਖ ਹੁੰਦੇ ਆ। ਉਹ ਕਹਿੰਦਾ ਤੁਹਾਡੇ ਮੁਤਾਬਕ ਹੋ ਸਕਦਾ ਵੀ ਇਹ ਰਾਜੇ ਨਾ ਹੋਣ, ਪਰ ਇਹਨਾਂ ਦਾ ਜਿਹੜਾ ਬਾਣਾ ਹੈ, ਜਿਹੜੀ ਇਹਨਾਂ ਦੀ ਠਾਠ ਬਾਠ ਹੈ, ਜਿਹੜਾ ਇਹਨੇ ਲਿਬਾਸ ਧਾਰਨ ਕੀਤਾ ਹੈ, ਘੋੜੇ ਦੀ ਸਵਾਰੀ ਹੈ, ਇਹ ਕਿਸੇ ਰਾਜੇ ਮਹਾਰਾਜੇ ਦੇ ਲਿਬਾਸ ਤੋਂ ਘੱਟ ਨਹੀਂ ਕਿਸੇ ਵੀ ਗੱਲੋਂ। ਇਹ ਲਿਬਾਸ ਰਾਜੇ ਮਹਾਰਾਜਿਆਂ ਦਾ ਜਿਹੜਾ ਸਤਿਗੁਰੂ ਜੀ ਨੇ ਅੱਜ ਦੇ ਦਿਨ ਸਾਨੂੰ ਬਖਸ਼ਿਸ਼ ਕੀਤਾ। ਸੋ ਸ਼੍ਰੋਮਣੀ ਸੇਵਾ ਰਤਨ, ਪੰਥ ਰਤਨ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ, ਮੁਖੀ ਬੁੱਢਾ ਦਲ ਪੰਜਵਾਂ ਤਖਤ, ਇਸ ਪਾਵਨ ਸਥਾਨ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ, ਉਹਨਾਂ ਦੇ ਇਸ ਤੇ ਗੁਰਦਰਬਾਰ ਦੇ ਇਸ ਸਮੁੱਚੇ ਜਥੇ ਵੱਲੋਂ, ਸਮੁੱਚੇ ਪਰਿਵਾਰ ਦੇ ਵੱਲੋਂ ਸਿੱਖ ਜਗਤ ਨੂੰ, ਆਪ ਸਰਬੱਤ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ, ਸਾਡੇ ਮਨਾਏ ਹੋਏ ਇਹ ਦਿਹਾੜੇ ਸਫਲੇ ਹੋ ਜਾਣ। ਸਾਨੂੰ ਕਿਤੇ ਸਮਝ ਪੈ ਜਾਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਨਿਵੇਕਲੀ ਪਹਿਚਾਣ ਵਾਸਤੇ ਕਿੰਨੀਆਂ ਕੁਰਬਾਨੀਆਂ, ਕਿੰਨੇ ਬਲੀਦਾਨ ਦਿੱਤੇ ਤੇ ਉਹਨਾਂ ਬਲੀਦਾਨਾਂ ਦਾ ਕਰਜ਼ ਅਸੀਂ ਕਦੇ ਵੀ ਚੁਕਾ ਨਹੀਂ ਸਕਦੇ, ਪਰ ਅਸੀਂ ਇੱਕ ਨਿਮਾਣੀ ਇਸ ਸਰੀਰ ਵਿੱਚ ਰਹਿੰਦਿਆਂ ਕੋਸ਼ਿਸ਼ ਕਰ ਸਕਦੇ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਨ, ਆਪ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ 'ਤੇ ਪ੍ਰਵਾਨ ਕਰਨ। ਸਭ ਦਾ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਕੇ ਨਿਵਾਜਣ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਨੇ। ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣ। ਅਰਦਾਸ ਬੇਨਤੀ ਜੋਦੜੀ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਿਚਾਰ ਕਰਨ ਦੀ ਸੋਝੀ ਬਖਸ਼ਿਸ਼ ਕਰ ਦੇਣ, ਰਹਿਮਤ ਕਰਨ। ਸੋ ਅਖੀਰ ਦੇ ਵਿੱਚ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ